ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਸ੍ਰੀ ਰਾਗ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 9 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 10ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਇਹ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 86 ਤੇ ਅੰਕਿਤ। ਪੰਡਿਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ, ਅੰਤਰ ਬ੍ਰਹਮ ਨਾ ਚੀਨਈ, ਮਨ ਮੂਰਖ ਗਾਵਾਰ। ਪੰਡਿਤ ਦਾ ਮਤਲਬ ਵਿਦਵਾਨ, ਇਹਨੂੰ ਪੰਡਤ ਨਹੀਂ ਪੜਨਾ, ਡੱਡੇ ਦੇ ਨਾਲ ਸਿਹਾਰੀ ਲਗਾ ਕੇ ਉਚਾਰਨ ਕਰਾਂਗੇ। ਪੰਡਿਤ ਪੜ ਪੜ, ਰਾੜੇ ਥੱਲੇ ਥੋੜਾ ਜਿਹਾ ਹਾਹੇ ਦੀ ਆਵਾਜ਼ ਆਏਗੀ, ਭਾਰਾ ਕਰਕੇ ਪੜ। ਪੰਡਿਤ ਪੜ ਪੜ ਉੱਚਾ ਕੂਕਦਾ। ਪੰਡਿਤ ਦਾ ਮਤਲਬ ਜੋ ਵਿਦਵਾਨ ਬ੍ਰਾਹਮਣ ਹੈ, ਪੜ ਪੜ ਕੇ ਜੀਭ ਦੇ ਨਾਲ ਵੇਦ ਆਦਿਕ ਦਾ ਉੱਚੀ ਸੁਰ ਦੇ ਨਾਲ ਉਚਾਰਨ ਕਰਦਾ ਹੈ। ਕੂਕਦਾ ਦਾ ਮਤਲਬ ਉੱਚੀ ਸੁਰ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਪਾਠ ਪੜਦਾ ਹੈ ਵੇਦਾਂ ਸ਼ਾਸਤਰਾਂ ਦਾ। ਮਾਇਆ ਮੋਹ ਪਿਆਰ, ਲੇਕਿਨ ਉਹਦਾ ਜਿਹੜਾ ਪਿਆਰ ਹੈ ਨਾ, ਮਾਇਆ ਦਾ ਮੋਹ, ਮਾਇਆ ਦਾ ਪਿਆਰ ਉਹਨੂੰ ਵਿਆਪ ਰਿਹਾ ਹੈ। ਯਾਨੀ ਪੜ ਵੇਦ ਸ਼ਾਸਤਰ ਰਿਹਾ ਹੈ ਤੇ ਮਨ ਦੇ ਅੰਦਰ ਜੋ ਪਿਆਰ ਉਹ ਮਾਇਆ ਦਾ ਹੈ, ਬਿਰਤੀ ਮਾਇਆ ਵਾਲੀ ਹੈ। ਮਾਇਆ ਨੂੰ ਆਪ ਸਮਝਦੇ ਹੋ ਸਾਰੇ, ਉਹ ਸੁਰਤ, ਉਹ ਸੋਚ ਜੋ ਸਾਨੂੰ ਰੱਬ ਨਾਲੋਂ ਤੋੜਦੀ ਹੈ, ਸਭ ਦੇ ਵਿੱਚ ਰੱਬ ਵਰਗਾ ਵਿਹਾਰ ਨਹੀਂ ਕਰਨ ਦਿੰਦੀ। ਉਹ ਸੋਚ ਜੋ ਸੈਲਫਿਸ਼ ਬਣਾਉਂਦੀ ਹੈ, ਉਹ ਸੋਚ ਜੋ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਮਨ ਦੇ ਅੰਦਰ ਉਹ ਪਿਆਰ ਹੈ ਮਾਇਆ ਦਾ। ਮਨ ਦੇ ਅੰਦਰ ਕੇਵਲ ਮਾਇਆ ਦੀ ਚਾਹਤ ਹੈ, ਪੈਸੇ ਦੀ ਚਾਹਤ ਹੈ ਕਿ ਮੇਰੇ ਕੋਲ ਪੈਸਾ ਆਏ ਕਿਸੇ ਵੀ ਢੰਗ ਦੇ ਨਾਲ। ਲੇਕਿਨ ਦੂਜੇ ਲੋਕਾਂ ਨੂੰ ਉਹ ਵੇਦ ਸ਼ਾਸਤਰ ਪੜ ਪੜ ਕੇ ਸੁਣਾ ਰਿਹਾ ਹੈ। ਅੰਤਰ ਬ੍ਰਹਮ ਨਾ ਚੀਨਈ, ਚੀਨਈ ਦਾ ਮਤਲਬ ਹੁੰਦਾ ਹੈ ਪਛਾਨਣਾ। ਅੰਤਰ ਦਾ ਮਤਲਬ ਆਪਣੇ ਅੰਦਰ। ਮਨ ਮੂਰਖ ਗਵਾਰ, ਇੱਥੇ ਮਨ ਦੇ ਨੰਨੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਮਨ ਵਿੱਚ ਮਨ ਕਰਕੇ, ਤਾਂ ਹਿਰਦੇ ਵਿੱਚ ਰੱਬ ਦੀ ਭਾਲ ਨਹੀਂ ਕਰਦਾ। ਇਸ ਕਰਕੇ ਮਨੋ ਮੂਰਖ ਤੇ ਅਨਪੜ੍ਹ ਹੀ ਹੈ। ਗਵਾਰ ਦਾ ਮਤਲਬ ਅਨਪੜ੍ਹ। ਬੇਸ਼ੱਕ ਉਹ ਕਿੰਨਾ ਵੀ ਪੜ੍ਹਿਆ ਹੈ, ਲੇਕਿਨ ਉਹਨੂੰ ਅਸੀਂ ਪੜ੍ਹਿਆ ਨਹੀਂ ਕਹਿ ਸਕਦੇ, ਉਹਨੂੰ ਅਸੀਂ ਸਿਆਣਾ ਨਹੀਂ ਕਹਿ ਸਕਦੇ ਜੇ ਆਪਣੇ ਅੰਦਰ ਉਹ ਬ੍ਰਹਮ ਦੀ ਪਛਾਣ ਨਹੀਂ ਕਰਦਾ। ਬ੍ਰਹਮ ਦਾ ਮਤਲਬ ਅੰਦਰ ਜੋ ਰੱਬੀ ਗੁਣ ਨੇ, ਸੱਚਾਈ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਦਇਆ ਹੈ, ਇਨਸਾਨੀਅਤ ਹੈ, ਪਿਆਰ ਮੁਹੱਬਤ ਹੈ। ਜੇ ਆਪਣੇ ਅੰਦਰੋਂ ਇਹਨਾਂ ਗੁਣਾਂ ਦੀ ਪਛਾਣ ਨਹੀਂ ਕਰਦਾ, ਇਹਨਾਂ ਗੁਣਾਂ ਨੂੰ ਪ੍ਰਗਟ ਨਹੀਂ ਕਰਦਾ, ਇਹਨਾਂ ਗੁਣਾਂ ਦੀ ਵਰਤੋਂ ਨਹੀਂ ਕਰਦਾ, ਤਾਂ ਫਿਰ ਮਨ ਕਰਕੇ ਮੂਰਖ ਔਰ ਗਵਾਰ ਹੀ ਕਿਹਾ ਜਾਏਗਾ। ਇਸ ਲਈ ਥਾਂ ਪਰ ਥਾਂ ਬਚਨ ਕੀਤਾ ਹੈ ਪਾਵਨ ਬਾਣੀ ਵਿੱਚ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਇਸ ਤਰ੍ਹਾਂ ਉਹ ਮਨ ਕਰਕੇ ਮੂਰਖ ਔਰ ਗਵਾਰ ਹੈ। ਤਾਂ ਇੱਥੇ ਸਾਨੂੰ ਸਮਝਾਇਆ ਇਹ ਜਾ ਰਿਹਾ ਹੈ ਕਿ ਧਰਮ ਸ਼ਾਸਤਰ ਪੜ੍ਹਨ ਦਾ ਲਾਭ ਨਹੀਂ ਹੈ ਜੇ ਬੰਦਾ ਆਪਣੇ ਅੰਦਰ ਸ਼ੁਭ ਗੁਣਾਂ ਦੀ ਪਹਿਚਾਨ ਨਹੀਂ ਕਰਦਾ, ਜੇ ਸ਼ੁਭ ਗੁਣਾਂ ਦਾ ਧਾਰਨੀ ਨਹੀਂ ਹੁੰਦਾ। ਤੇ ਯਾਦ ਰੱਖਣਾ, ਜਿੱਥੇ ਇਹ ਗੱਲ ਬ੍ਰਾਹਮਣ ਤੇ ਲਾਗੂ ਹੁੰਦੀ ਹੈ, ਉੱਥੇ ਹਰ ਧਰਮ ਦੇ ਪ੍ਰਚਾਰਕ ਦੇ ਉੱਤੇ ਇਹ ਚੀਜ਼ ਲਾਗੂ ਹੁੰਦੀ ਹੈ ਕਿ ਉਹ ਆਪਣੇ ਧਰਮ ਦੇ ਲੋਕਾਂ ਨੂੰ ਆਪਣਾ ਧਰਮ ਗ੍ਰੰਥ ਪੜ ਪੜ ਕੇ ਤੇ ਸੁਣਾ ਰਿਹਾ ਹੈ, ਲੇਕਿਨ ਆਪ ਅੰਦਰੋਂ ਸ਼ੁਭ ਗੁਣਾਂ ਦਾ ਧਾਰਨੀ ਨਹੀਂ ਹੈ। ਜੇ ਆਪਣੇ ਅੰਦਰ ਉਹ ਬ੍ਰਹਮ ਨੂੰ ਨਹੀਂ ਪਛਾਣਦਾ ਤਾਂ ਉਹ ਮਨ ਕਰਕੇ ਮੂਰਖ ਔਰ ਗਵਾਰ ਹੀ ਹੋਵੇਗਾ। ਹੁਣ ਅਸੀਂ ਜਦੋਂ ਬ੍ਰਾਹਮਣ ਵੱਲ ਦੇਖਦੇ ਹਾਂ ਤਾਂ ਉਹ ਵੇਦ ਸ਼ਾਸਤਰ ਪੜ੍ਹਦਾ ਹੋਇਆ ਬ੍ਰਾਹਮਣ, ਕਸ਼ਤਰੀ, ਸ਼ੂਦਰ, ਵੈਸ਼, ਇਹਨਾਂ ਚੀਜ਼ਾਂ ਦਾ ਵੀ ਉਹ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ। ਜਾਤੀਵਾਦ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ। ਹਰ ਇੱਕ ਦੇ ਅੰਦਰ ਰੱਬ ਦੀ ਜੋਤ ਨੂੰ ਨਹੀਂ ਵੇਖ ਰਿਹਾ। ਔਰ ਜੇ ਕੇਵਲ ਪੈਸੇ ਵਾਸਤੇ ਹੀ ਪੜ ਰਿਹਾ ਹੈ ਤਾਂ ਮਨ ਕਰਕੇ ਮੂਰਖ ਔਰ ਗਵਾਰ ਮੰਨਿਆ ਜਾਏਗਾ। ਦੂਜੇ ਭਾਏ ਜਗਤ ਪ੍ਰਬੋਧ ਦਾ, ਨਾ ਬੂਝੇ ਵਿਚਾਰ। ਦੂਜੇ ਭਾਏ ਦਾ ਮਤਲਬ ਰੱਬ ਤੋਂ ਬਿਨਾ ਕੋਈ ਹੋਰ ਪਿਆਰ। ਪ੍ਰਬੋਧ ਦਾ ਮਤਲਬ ਹੈਗਾ ਜਗਾਣਾ, ਯਾਨੀ ਸਿੱਖਿਆ ਦੇਣਾ। ਮਾਇਆ ਦੇ ਪਿਆਰ ਵਿੱਚ ਉਹ ਆਪ ਨੂੰ ਤਾਂ ਸਮਝ ਨਹੀਂ ਆਉਂਦੀ, ਲੇਕਿਨ ਸੰਸਾਰ ਨੂੰ ਮੱਤਾਂ ਦਿੰਦਾ ਹੈ। ਨਾ ਬੂਝੇ ਵਿਚਾਰ ਦਾ ਮਤਲਬ ਉਸ ਵਿਚਾਰ ਨੂੰ ਆਪ ਨਹੀਂ ਸਮਝਦਾ, ਆਪਣੇ ਆਪ ਨੂੰ ਨਹੀਂ ਵਿਚਾਰਦਾ, ਦੂਜਿਆਂ ਦੇ ਅੰਦਰ ਰੱਬੀ ਜੋਤ ਨੂੰ ਨਹੀਂ ਵੇਖਦਾ, ਆਪਣੇ ਅੰਦਰ ਸ਼ੁਭ ਗੁਣਾਂ ਨੂੰ ਨਹੀਂ ਤੱਕਦਾ। ਤੇ ਦੂਜੇ ਭਾਏ ਯਾਨੀ ਰੱਬ ਤੋਂ ਇਲਾਵਾ ਕਰਮ ਕਾਂਡ ਔਰ ਪੈਸਾ, ਵਿਕਾਰ
ਆਪਣੇ ਅੰਦਰ ਇਹ ਰੱਖਦਾ ਹੋਇਆ ਜਗਤ ਨੂੰ ਉਪਦੇਸ਼ ਕਰ ਰਿਹਾ ਹੈ, ਲੇਕਿਨ ਆਪ ਵਿਚਾਰ ਵਾਲੀ ਗੱਲ ਨੂੰ ਨਹੀਂ ਬੁੱਝਦਾ, ਆਪ ਇਹਨਾਂ ਚੀਜ਼ਾਂ ਨੂੰ ਨਹੀਂ ਵਿਚਾਰਦਾ। ਤਾਂ ਐਸੇ ਇਨਸਾਨ ਦਾ ਰਿਜ਼ਲਟ ਕੀ ਨਿਕਲੇਗਾ? ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਇਹੋ ਜਿਹਾ ਜੋ ਪੰਡਿਤ ਮਨੁੱਖਾ ਜਨਮ ਨੂੰ ਵਿਅਰਥ ਗਵਾਉਂਦਾ ਹੈ, ਕੋਈ ਵੀ ਇਨਸਾਨ ਹੈ, ਉਹ ਆਪਣੇ ਮਨੁੱਖਾ ਜਨਮ ਨੂੰ ਬੇਕਾਰ ਗਵਾਏਗਾ। ਹੁਣ ਐਸਾ ਜਿਹੜਾ ਪੰਡਿਤ ਵਿਦਵਾਨ ਹੈ, ਜੋ ਦੂਜਿਆਂ ਨੂੰ ਤਾਂ ਸਿੱਖਿਆ ਦੇ ਰਿਹਾ ਹੈ, ਕਰਮ ਕਾਂਡਾਂ ਦੀ ਸਿੱਖਿਆ ਦੇ ਰਿਹਾ ਹੈ, ਰੱਬ ਤੋਂ ਇਲਾਵਾ ਹੋਰ ਪਾਸੇ ਪ੍ਰੇਰ ਰਿਹਾ ਹੈ, ਤਾਂ ਉਹ ਆਪਣੇ ਜਨਮ ਨੂੰ ਬੇਕਾਰ ਗਵਾ ਰਿਹਾ ਹੈ, ਵਿਅਰਥ ਗਵਾ ਰਿਹਾ ਹੈ, ਜੇ ਆਪ ਉਹ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੈ। ਕਿਉਂਕਿ ਜੀਵਨ ਸਫਲ ਉਹਦਾ ਹੀ ਹੋਏਗਾ ਜੋ ਮਨ ਬਚਨ ਕਰਮ ਕਰਕੇ ਗੁਣਾਂ ਦਾ ਧਾਰਨੀ, ਸੱਚ ਦਾ ਧਾਰਨੀ। ਜੇ ਆਪ ਬੰਦਾ ਸੱਚ ਦਾ ਧਾਰਨੀ ਨਹੀਂ, ਆਪ ਬੰਦਾ ਗੁਣਾਂ ਦਾ ਧਾਰਨੀ ਨਹੀਂ, ਦੂਜਿਆਂ ਨੂੰ ਉਪਦੇਸ਼ ਕਰਦਾ ਹੈ, ਤਾਂ ਉਹਦਾ ਕੋਈ ਲਾਭ ਨਹੀਂ ਹੈ। ਮਰ ਜੰਮੇ ਵਾਰੋ ਵਾਰ, ਵਾਰੋ ਵਾਰ ਦਾ ਮਤਲਬ ਬਾਰ-ਬਾਰ, ਮਰ ਜੰਮੇ ਦਾ ਮਤਲਬ ਮਰਦਾ ਜੰਮਦਾ ਹੈ, ਯਾਨੀ ਪਸ਼ੂ ਬਿਰਤੀਆਂ ਵਿੱਚ ਪੈਂਦਾ ਹੈ। ਕਦੇ ਕੋਈ ਬਿਰਤੀ ਪੈਦਾ ਹੋ ਜਾਂਦੀ ਹੈ, ਕਦੇ ਕੋਈ ਬਿਰਤੀ ਪੈਦਾ ਹੋ ਜਾਂਦੀ ਹੈ, ਸਾਰੀ ਜ਼ਿੰਦਗੀ ਹੀ ਪਸ਼ੂ ਬਿਰਤੀਆਂ ਦੇ ਅੰਦਰ ਪਿਆ ਰਹਿੰਦਾ ਹੈ। ਉਹਦੇ ਅੰਦਰ ਐਸੇ ਹੀ ਵਿਚਾਰ ਜਿਹੜੇ ਨੇ ਪੈਦਾ ਹੁੰਦੇ ਰਹਿੰਦੇ ਨੇ, ਕਦੇ ਕਿਸੇ ਜੂਨ ਦੇ, ਕਦੇ ਕਿਸੇ ਜੂਨ ਦੇ। ਜਿਨਨੇ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ, ਬੂਝੋ ਕਰ ਵਿਚਾਰ। ਹੁਣ ਜਿਨ੍ਹਾਂ ਨੇ ਸਤਿਗੁਰ ਸੇਵਿਆ ਹੈ, ਸੇਵਿਆ ਦਾ ਮਤਲਬ ਜੋ ਗੁਰੂ ਦੀ ਦੱਸੀ ਹੋਈ ਜੀਵਨ ਜੁਗਤ ਨੂੰ ਅਪਣਾਉਂਦੇ ਨੇ। ਜਿਨਨੀ ਸਤਿਗੁਰ ਸੇਵਿਆ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਗਏ, ਜਿਨ੍ਹਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਕੀਤੀ, ਗੁਰੂ ਗਿਆਨ ਮੁਤਾਬਕ ਜਿਨ੍ਹਾਂ ਨੇ ਜ਼ਿੰਦਗੀ ਜੀਵੀ, ਜਿਨ੍ਹਾਂ ਨੇ ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲਿਆ, ਤਿਨੀ ਨਾਉ ਪਾਇਆ, ਉਹਨਾਂ ਨੇ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੂੰ ਨਾਮ ਦੀ ਸਮਝ ਪੈ ਗਈ। ਨਾਮ ਦਾ ਮਤਲਬ ਹੁਕਮ, ਰਜ਼ਾ, ਭਾਣਾ। ਉਹਨਾਂ ਨੂੰ ਹੁਕਮ, ਰਜ਼ਾ, ਭਾਣੇ ਦੀ ਸਮਝ ਪੈ ਗਈ ਕਿ ਰਜ਼ਾ, ਭਾਣੇ, ਹੁਕਮ ਦੇ ਅੰਦਰ ਜ਼ਿੰਦਗੀ ਜੀਣਾ ਹੀ ਸਚਿਆਰ ਹੋਣ ਦਾ ਇੱਕੋ ਇੱਕ ਮਾਰਗ ਹੈ। ਬੁੱਝੋ ਕਰ ਵਿਚਾਰ, ਗੁਰੂ ਜੀ ਕਹਿੰਦੇ ਨੇ ਇਸ ਨੂੰ ਸੋਚ ਤੇ ਸਮਝ, ਇਹ ਚੀਜ਼ ਨੂੰ ਸੋਚੋ ਔਰ ਸਮਝੋ, ਯਾਨੀ ਨਿਰਣਾ ਕਰਕੇ ਦੇਖੋ, ਆਪਣੇ ਤੌਰ ਤੇ ਵੀ ਇਹਨੂੰ ਵਿਚਾਰੋ, ਆਪਣੇ ਤਜਰਬੇ ਰਾਹੀਂ ਵੀ ਇਹਨੂੰ ਵਿਚਾਰ ਕੇ ਵੇਖ ਲਓ ਕਿ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਗੇ, ਉਹੀ ਅਸਲ ਦੇ ਅੰਦਰ ਸ਼ੁਭ ਗੁਣਾਂ ਦੇ ਧਾਰਨੀ ਹੋ ਸਕਣਗੇ, ਉਹੀ ਅਸਲ ਦੇ ਅੰਦਰ ਹੁਕਮ ਦੀ ਸੂਝ ਪ੍ਰਾਪਤ ਕਰਨਗੇ ਔਰ ਉਹੀ ਹੁਕਮ ਮੁਤਾਬਕ ਜ਼ਿੰਦਗੀ ਜੀਣਗੇ। ਉਹਨਾਂ ਦਾ ਜੀਵਨ ਹੀ ਸਫਲਾ ਹੋਏਗਾ ਜੋ ਗੁਰੂ ਗਿਆਨ ਮੁਤਾਬਕ ਜੀਵਨ ਬਿਤਾਉਣਗੇ। ਔਰ ਉਹਨਾਂ ਨੂੰ ਮਿਲੇਗਾ ਕਿ ਸਦਾ ਸ਼ਾਂਤ, ਸੁਖ ਮਨ ਵਸੈ, ਚੂਕੈ ਕੂਕ ਪੁਕਾਰ। ਸ਼ਾਂਤ ਦਾ ਮਤਲਬ ਸ਼ਾਂਤੀ, ਚੂਕੈ ਦਾ ਮਤਲਬ ਮੁੱਕ ਜਾਂਦੀ ਹੈ, ਕੂਕ ਪੁਕਾਰ ਦਾ ਮਤਲਬ ਕਲਪਨਾ। ਉਹਨਾਂ ਦੇ ਮਨ ਅੰਦਰ ਸਦਾ ਸ਼ਾਂਤੀ ਵਸਦੀ ਹੈ ਔਰ ਉਹਨਾਂ ਦੇ ਮਨ ਵਿੱਚ ਹਮੇਸ਼ਾ ਸੁਖ ਵਸਦਾ ਹੈ। ਉਹਨਾਂ ਦੀ ਕਲਪਨਾ ਮੁੱਕ ਜਾਂਦੀ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਰੱਬੀ ਹੁਕਮ ਦੀ ਪਾਲਣਾ ਕਰਦੇ ਨੇ, ਜੋ ਮਨ ਬਚਨ ਕਰਮ ਕਰਕੇ ਸ਼ੁਭ ਗੁਣਾਂ ਦੇ ਧਾਰਨੀ ਨੇ, ਉਹਨਾਂ ਦੇ ਮਨ ਅੰਦਰ ਸੁਖ ਸ਼ਾਂਤੀ ਵਸ ਰਹੀ ਹੈ। ਰੀਜਨ ਇਹ ਹੈ ਕਿ ਉਹਨਾਂ ਦੀ ਸੋਚ ਦੇ ਅੰਦਰ ਸ਼ੁਭ ਗੁਣ ਨੇ, ਸਚਾਈ ਹੈ, ਦਇਆ ਹੈ, ਪ੍ਰੇਮ ਹੈ, ਤੇ ਜਿੱਥੇ ਇਹ ਸ਼ੁਭ ਗੁਣ ਹੋਣਗੇ ਉੱਥੇ ਸੁਖ ਸ਼ਾਂਤੀ ਹੋਏਗੀ। ਤੇ ਜਿੱਥੇ ਸ਼ੁਭ ਗੁਣ ਹੋਣਗੇ, ਜਿਨ੍ਹਾਂ ਦੀ ਸੁਰਤ ਗੁਣਾਂ ਦੇ ਨਾਲ ਜੁੜ ਗਈ ਹੈ, ਉਹਨਾਂ ਦੀ ਕੂਕ ਪੁਕਾਰ ਵੀ, ਕਲਪਨਾ ਵੀ ਭਟਕਣ ਦੀ ਮੁੱਕ ਜਾਏਗੀ। ਉਹ ਵਿਕਾਰਾਂ ਵਾਲੇ ਪਾਸੇ ਕਦੇ ਭਟਕਣਗੇ ਨਹੀਂ, ਉਹਨਾਂ ਦਾ ਮਨ ਇੱਧਰ ਉੱਧਰ ਭਟਕੇਗਾ ਨਹੀਂ, ਉਹਨਾਂ ਦਾ ਮਨ ਟਿਕਾਵ ਵਿੱਚ ਆ ਜਾਏਗਾ। ਆਪੇ ਨੂੰ ਆਪ ਖਾਏ, ਮਨ ਨਿਰਮਲ ਹੋਵੇ, ਗੁਰ ਸ਼ਬਦੀ ਵਿਚਾਰ। ਆਪੇ ਨੂੰ ਭਾਵ, ਆਪਾ ਭਾਵ ਜਿਹੜਾ ਹੈ, ਆਪੇ ਨੂੰ ਆਪ ਖਾਏ ਦਾ ਮਤਲਬ ਆਪਣੇ ਆਪ ਨੂੰ ਆਪ ਖਾ ਜਾਏ, ਯਾਨੀ ਨਿਰੋਲ ਆਪਣੇ ਆਪ ਨੂੰ ਚੰਗੀ ਤਰ੍ਹਾਂ ਖਾ ਲਵੇ, ਮਤਲਬ ਖਤਮ ਕਰ ਦੇਵੇ। ਆਪੇ ਨੂੰ ਆਪ ਖਾਏ ਦਾ ਮਤਲਬ ਆਪਣੇ ਆਪ ਨੂੰ ਖਾ ਜਾਏ, ਯਾਨੀ ਆਪਣੀ ਈਗੋ ਨੂੰ ਖਤਮ ਕਰਦਾ ਹੈ। ਆਪਣੇ ਆਪੇ ਨੂੰ ਖਾਣ ਦਾ ਮਤਲਬ ਆਪਣੀ ਹਉਮੈ ਨੂੰ ਖਤਮ ਕਰ ਦੇਣਾ, ਆਪਣੇ ਅੰਦਰੋਂ ਆਪਾ ਭਾਵ ਨੂੰ ਨਿਵਾਰ ਲਵੇ ਜਿਹੜਾ ਹੈ। ਤਾਂ ਜਦੋਂ ਆਪਣੇ ਅੰਦਰੋਂ ਬੰਦਾ ਹਉਮੈ ਨੂੰ ਖਤਮ ਕਰ ਲੈਂਦਾ ਹੈ, ਫਿਰ ਕੀ ਹੁੰਦਾ ਹੈ? ਮਨ ਨਿਰਮਲ ਹੋਵੇ, ਮਨ ਜਿਹੜਾ ਹੈ ਮੈਲ ਤੋਂ ਰਹਿਤ ਹੋ ਜਾਂਦਾ। ਉਹਦੇ ਮਨ ਦੇ ਅੰਦਰ ਫਿਰ ਮੈਲ ਨਹੀਂ ਰਹਿੰਦੀ, ਕਿਉਂਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ
ਤਤ ਤੂੰ। ਉਹਦੇ ਅੰਦਰ ਮੈਂ ਮੇਰੀ ਨਹੀਂ ਰਹਿੰਦੀ, ਉਹਦੇ ਅੰਦਰ ਆਪਣੇ ਪਰਾਏ ਦੇ ਵਿਤਕਰੇ ਨਹੀਂ ਰਹਿੰਦੇ। ਤੇ ਜਿੱਥੇ ਆਪਣੇ ਪਰਾਏ ਦੇ ਵਿਤਕਰੇ ਨਹੀਂ, ਜਿੱਥੇ ਤੂੰ ਹੀ ਤੂੰ ਹੈ, ਉੱਥੇ ਮੈਲ ਤੋਂ ਰਹਿਤ ਮਨ ਜਿਹੜਾ ਹੋ ਜਾਂਦਾ ਹੈ। ਲੇਕਿਨ ਇਹ ਸਾਰਾ ਕੁਝ ਹੋਏਗਾ ਕਿ ਆਪਣੇ ਅੰਦਰੋਂ ਈਗੋ ਨੂੰ ਖਤਮ ਕਰਨਾ ਔਰ ਮਨ ਦਾ ਨਿਰਮਲ ਹੋ ਜਾਣਾ। ਇਹ ਕਿਵੇਂ ਹੋਏਗਾ? ਗੁਰ ਸ਼ਬਦੀ ਵਿਚਾਰ। ਇਹ ਵਿਚਾਰ ਗੁਰੂ ਦੇ ਸ਼ਬਦ ਦੀ ਰਾਹੀਂ ਪੈਦਾ ਹੋਏਗੀ। ਸ਼ਬਦ ਦਾ ਮਤਲਬ ਗਿਆਨ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੀ ਪਾਵਨ ਬਾਣੀ ਰਾਹੀਂ। ਜਦੋਂ ਅਸੀਂ ਗੁਰੂ ਗਿਆਨ ਮੁਤਾਬਕ ਵਿਚਾਰ ਕਰਾਂਗੇ, ਗੁਰੂ ਗਿਆਨ ਦੇ ਧਾਰਨੀ ਹੋਵਾਂਗੇ, ਗੁਰੂ ਉਪਦੇਸ਼ ਦੇ ਧਾਰਨੀ ਹੋਵਾਂਗੇ, ਤਾਂ ਸਾਡੇ ਮਨ ਅੰਦਰ ਇਹ ਵਿਚਾਰ ਪੈਦਾ ਹੋਏਗੀ ਕਿ ਆਪਣੇ ਅੰਦਰੋਂ ਈਗੋ ਨੂੰ ਖਤਮ ਕੀਤਿਆਂ ਮਨ ਨਿਰਮਲ ਹੁੰਦਾ ਹੈ, ਤੇ ਉਹ ਫਿਰ ਆਪਣੇ ਮਨ ਨੂੰ ਨਿਰਮਲ ਕਰਨ ਦਾ ਯਤਨ ਕਰੇਗਾ। ਨਾਨਕ ਸ਼ਬਦ ਰਤੇ ਸੇ ਮੁਕਤ ਹੈ, ਹਰ ਜੀਉ ਹੇਤ ਪਿਆਰ। ਇਹਨੂੰ ਹੈ ਨਹੀਂ ਪੜਨਾ, ਹੈ ਪੜਨਾ ਹੈ, ਕਿਉਂਕਿ ਸ਼ਬਦ ਜਿਹੜਾ ਸੇ ਹੈ ਨਾ, ਇਹ ਬਹੁਵਚਨੀ ਹੈ। ਜੇ ਸ਼ਬਦ ਹੁੰਦਾ ਨਾ ਸਾ, ਉਹ ਸ਼ਬਦ ਹੋਣਾ ਸੀ ਇੱਕ ਵਚਨੀ, ਫਿਰ ਹੋਣਾ ਸੀ ਹੈ, ਸਾ ਮੁਕਤ ਹੈ, ਇੱਕ ਦੀ ਗੱਲ ਹੋਣੀ ਸੀ। ਲੇਕਿਨ ਇੱਥੇ ਸੇ ਸ਼ਬਦ ਬਹੁਵਚਨੀ ਹੈ, ਇਸ ਲਈ ਹੈ ਵੀ ਬਹੁਵਚਨੀ ਹੋਏਗਾ। ਨਾਨਕ ਸ਼ਬਦ ਰਤੇ ਸੇ ਮੁਕਤ ਹੈ, ਹਰ ਜੀਉ ਹੇਤ ਪਿਆਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੱਤੇ ਹੋਏ ਨੇ, ਸ਼ਬਦ ਦਾ ਮਤਲਬ ਉਪਦੇਸ਼, ਵਿਚਾਰਧਾਰਾ, ਫਿਲਾਸਫੀ ਗੁਰੂ ਦੀ ਮੱਤ, ਸੇ ਮੁਕਤ ਹੈ, ਉਹ ਬੰਦੇ ਮੁਕਤ ਨੇ। ਹੁਣ ਦੇਖੋ ਮੁਕਤੀ ਕੀ ਹੈ? ਮੁਕਤੀ ਮਰਨ ਤੋਂ ਬਾਅਦ ਨਹੀਂ। ਮੁਕਤੀ ਸਾਫ਼ ਲਫ਼ਜ਼ਾਂ ਵਿੱਚ ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀਣ ਦਾ ਨਾਮ ਹੀ ਮੁਕਤੀ ਹੈ। ਕਿਉਂਕਿ ਗੁਰੂ ਦਾ ਉਪਦੇਸ਼ ਸਾਨੂੰ ਅਵਗੁਣਾ ਤੋਂ ਰਹਿਤ ਕਰਦਾ ਹੈ ਔਰ ਗੁਣਾ ਵਾਲੀ ਜ਼ਿੰਦਗੀ ਬਖਸ਼ਿਸ਼ ਕਰਦਾ ਹੈ। ਯਾਨੀ ਅਵਗੁਣਾ ਤੋਂ ਰਹਿਤ ਜ਼ਿੰਦਗੀ ਹੀ ਮੁਕਤੀ ਹੈ। ਵਿਕਾਰਾਂ ਤੋਂ ਖੁਲਾਸੀ ਪਾ ਲੈਣ ਦਾ ਨਾਮ ਹੀ ਮੁਕਤੀ ਹੈ। ਤਾਂ ਜੋ ਗੁਰੂ ਦੇ ਸ਼ਬਦ ਉਪਦੇਸ਼ ਵਿੱਚ ਰੰਗੇ ਨੇ, ਉਹ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਨੇ। ਹਰ ਜੀਉ ਹੇਤ ਪਿਆਰ, ਉਹ ਪ੍ਰਭੂ ਦੇ ਅੰਦਰ ਉਹਨਾਂ ਦੀ ਜਿਹੜੀ ਬਿਰਤੀ ਹੈ ਨਾ, ਪ੍ਰਭੂ ਦੇ ਪਿਆਰ ਵਿੱਚ ਜੁੜੀ ਰਹਿੰਦੀ ਹੈ। ਰੱਬੀ ਗੁਣਾਂ ਦੇ ਅੰਦਰ ਉਹਨਾਂ ਦੀ ਬਿਰਤੀ ਹਮੇਸ਼ਾ ਜੁੜੀ ਰਹਿੰਦੀ ਹੈ ਔਰ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਉਹ ਜੀਵ ਜਿਹੜੇ ਨੇ ਮੁਕਤ ਹੋ ਜਾਂਦੇ ਨੇ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਜੀਵਨ ਮੁਕਤੀ ਦਾ ਆਨੰਦ ਮਾਣੀਏ, ਤਾਂ ਉਹਦੇ ਵਾਸਤੇ ਸਿੱਧੀ ਜੀ ਗੱਲ ਹੈ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਔਰ ਰੱਬੀ ਗੁਣਾਂ ਦੇ ਨਾਲ ਪਿਆਰ ਕਰਨਾ। ਇਹੀ ਇੱਕ ਮੁਕਤੀ ਦਾ ਸਾਧਨ ਹੈ, ਇਹੀ ਭਗਤੀ ਹੈ, ਇਹੀ ਬੰਦਗੀ ਹੈ। ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੇ ਥਾਏ। ਗੁਰਮੁਖ ਦਾ ਮਤਲਬ ਉਹ ਮਨੁੱਖ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ। ਗੁਰਮੁਖ ਪਾਵੇ ਥਾਏ ਦਾ ਮਤਲਬ ਗੁਰਮੁਖ ਦੀ ਬੰਦਗੀ ਕਬੂਲ ਹੋ ਜਾਂਦੀ ਹੈ। ਸਫਲ ਦਾ ਮਤਲਬ ਫਲ ਦੇਣ ਵਾਲੀ। ਜੋ ਰੱਬ ਦੀ ਸੇਵਾ ਹੈ ਨਾ, ਰੱਬੀ ਰਜਾ ਵਿੱਚ ਤੁਰਨਾ, ਇਹ ਫਲ ਦੇਣ ਵਾਲੀ ਸੇਵਾ ਹੈ। ਰੱਬੀ ਰਜਾ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਇਹ ਫਲਦਾਇਕ ਹੈ। ਕਿਵੇਂ ਹੈ ਫਲਦਾਇਕ? ਦੇਖੋ, ਅਸੀਂ ਸੱਚ ਬੋਲਾਂਗੇ ਤਾਂ ਸੱਚ ਦਾ ਸਾਨੂੰ ਫਲ ਚੰਗਾ ਮਿਲੇਗਾ। ਅਸੀਂ ਦਇਆ ਕਰਾਂਗੇ ਤਾਂ ਦਇਆ ਕਰਨ ਦਾ ਜਿਹੜਾ ਪ੍ਰਤੀਫਲ ਹੈ, ਸਾਡੇ ਅੰਦਰ ਸ਼ਾਂਤੀ ਪੈਦਾ ਹੋਏਗੀ। ਅਸੀਂ ਪ੍ਰੇਮ ਦੇ ਨਾਲ ਰਹਾਂਗੇ ਤਾਂ ਸ਼ਾਂਤੀ ਪੈਦਾ ਹੋਏਗੀ। ਅਸੀਂ ਕਿਸੇ ਦੀ ਸੇਵਾ ਕਰਾਂਗੇ, ਕਿਸੇ ਦਾ ਸਹਿਯੋਗ ਕਰਾਂਗੇ ਤਾਂ ਸਾਨੂੰ ਖੁਸ਼ੀ ਮਿਲੇਗੀ। ਪਰ ਇਹ ਜਿਹੜੀ ਸੇਵਾ ਹੈ, ਮਿਲਦੀ ਕਿਵੇਂ ਹੈ? ਗੁਰਮੁਖ ਪਾਵੇ ਥਾਏ। ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਉਹਨਾਂ ਦੀ ਕੀਤੀ ਹੋਈ ਇਹ ਸੇਵਾ ਜਿਹੜੀ ਹੈ ਸਫਲ ਹੋ ਜਾਂਦੀ। ਕਈ ਵਾਰ ਬੰਦਾ ਕਰਦਾ ਤੇ ਸੇਵਾ ਹੈ, ਪਰ ਗਿਆਨ ਨਾ ਹੋਣ ਕਰਕੇ, ਮਤ ਹੋਛੀ ਹੋਣ ਕਰਕੇ ਸੇਵਾ ਵੀ ਬੰਦਾ ਗਵਾ ਲੈਂਦਾ ਹੈ। ਮਤ ਥੋੜੀ, ਸੇਵ ਗਵਾਈ ਹੈ। ਹੋਛੀ ਮਤ ਦੇ ਨਾਲ ਕੀਤੀ ਹੋਈ ਸੇਵਾ ਵੀ ਗਵਾਚ ਜਾਂਦੀ ਹੈ। ਰੀਜਨ ਕੀ? ਕਿਉਂਕਿ ਸਮਝ ਨਹੀਂ ਨਾ। ਅਸੀਂ ਸੇਵਾ ਦੇ ਨਾਮ ਤੇ ਕਈ ਵਾਰ ਬੜੇ ਪੁੱਠੇ ਸਿੱਧੇ ਕੰਮ ਕਰ ਜਾਂਦੇ ਆ ਕਿ ਮੈਂ ਤੇ ਸੇਵਾ ਕਰ ਰਿਹਾ। ਜਿਵੇਂ ਮੈਂ ਤੁਹਾਨੂੰ ਨਿੱਕੀ ਜੀ ਕਹਾਣੀ ਸੁਣਾਈ ਸੀ ਕਿ ਕੋਈ ਮਾਤਾ ਸੀ ਤੇ ਉਹਨੇ ਕਿਹਾ ਕਿ ਹੇ ਬਾਬਾ, ਜਦੋਂ ਮੇਰੇ ਵੱਲ ਪੋਤਰਾ ਹੋਏਗਾ ਤੇ ਮੈਂ ਸੰਗਤਾਂ ਦੀ ਸੇਵਾ ਕਰਾਂਗੀ। ਤੁਹਾਨੂੰ ਪਤਾ ਪਹਿਲਾਂ ਪੱਖੇ ਚੱਲਦੇ ਹੁੰਦੇ ਸਨ, ਮੈਂ ਸੰਗਤਾਂ ਨੂੰ ਪੱਖਾ ਚੱਲਾਂਗੀ। ਹੁਣ ਪੋਤਰਾ ਹੋਇਆ ਪੋਹ ਦੇ ਮਹੀਨੇ 'ਚ, ਸੰਗਤ ਬੈਠੀ ਸੀ, ਬਾਹਰ ਕੱਕਰ ਪਿਆ ਸੀ ਕੋਰਾ, ਲੋਕ ਠਰੂ ਠਰੂ ਕੰਬ ਰਹੇ ਸਨ ਤੇ ਮਾਤਾ ਵੱਡਾ ਸਾਰਾ ਪੱਖਾ ਲੈ ਕੇ ਚੱਲ ਰਹੀ ਸੀ। ਤੇ ਬੀਬੀਆਂ ਤੇ ਵੀਰ ਕਹਿਣ ਲੱਗੇ, ਬੇਬੇ
ਇੰਨੀ ਠੰਡ ਸਾਨੂੰ ਤੂੰ ਜ਼ੁਕਾਮ ਕਰਨਾ। ਉਹ ਕਹਿੰਦੀ ਤੁਹਾਨੂੰ ਜ਼ੁਕਾਮ ਹੋਵੇ, ਤੁਹਾਨੂੰ ਸਰਸਾਮ ਹੋਵੇ, ਮੈਂ ਤੇ ਸੇਵਾ ਸੁਖੀ ਹੈ, ਮੈਂ ਤੇ ਸੇਵਾ ਕਰ ਰਹੀ। ਹੁਣ ਇਹ ਸੇਵਾ ਥੋੜਾ, ਇਹ ਤੇ ਸਜ਼ਾ ਹੈ ਨਾ। ਤਾਂ ਹੋਛੀ ਮਤ ਦੇ ਨਾਲ ਕੀਤੀ ਹੋਈ ਜਿਹੜੀ ਸੇਵਾ ਹੈ ਉਹ ਵੀ ਬੇਕਾਰ ਚਲੀ ਜਾਂਦੀ, ਕਿਉਂਕਿ ਗਿਆਨ ਨਹੀਂ ਨਾ ਵੀ ਕੰਮ ਕਰਨਾ ਕੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰ ਕੇ ਸੇਵਾ ਕਰਦੇ ਨੇ ਉਹਨਾਂ ਦੀ ਪ੍ਰਵਾਨ ਹੋ ਜਾਂਦੀ ਹੈ, ਉਹਨਾਂ ਨੂੰ ਫਲ ਮਿਲਦਾ ਹੈ। ਨਹੀਂ ਤੇ ਕਿੰਨੇ ਸਾਰੇ ਲੋਕ ਨੇ ਜੋ ਧਰਮ ਸਮਝ ਕੇ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਫਲ ਨਹੀਂ ਮਿਲ ਰਿਹਾ। ਜਿਵੇਂ ਤੀਰਥਾਂ ਤੇ ਜਾ ਰਹੇ ਨੇ, ਧਰਮ ਸਮਝ ਕੇ ਜਾ ਰਹੇ ਨੇ, ਆਪਣਾ ਘਰ ਦਾ ਕੰਮ ਵੀ ਛੱਡਦੇ ਨੇ, ਪੈਸਾ ਵੀ ਖਰਚ ਕਰਦੇ ਨੇ, ਟਾਈਮ ਵੀ ਦਿੰਦੇ ਨੇ, ਵਰਤ ਰੱਖ ਰਹੇ ਨੇ, ਨਰਾਤੇ ਕਰ ਰਹੇ ਨੇ, ਸਰਾਧ ਕਰ ਰਹੇ ਨੇ। ਹੁਣ ਸਰਾਧ ਕਰਨ ਵਾਲੇ ਆਪਣੇ ਹਿਸਾਬ ਨਾਲ ਤੇ ਸੇਵਾ ਹੀ ਕਰ ਰਹੇ ਨੇ ਕਿ ਸਾਡੇ ਬਜ਼ੁਰਗਾਂ ਨੂੰ ਰਾਸ਼ਨ ਮਿਲੇਗਾ। ਦੇਖੋ ਭਾਵਨਾ ਤੇ ਉਹਨਾਂ ਦੀ ਬਹੁਤ ਚੰਗੀ ਹੈ। ਬਹੁਤੇ ਲੋਕ ਜਿਉਂਦੇ ਮਾਪਿਓ ਨੂੰ ਵੀ ਰੋਟੀ ਨਹੀਂ ਦਿੰਦੇ, ਪਰ ਉਹ ਆਪਣੇ ਮਰਿਆਂ ਨੂੰ ਵੀ ਪਹੁੰਚਾਉਣ ਦਾ ਯਤਨ ਕਰ ਰਹੇ ਨੇ। ਭਾਵਨਾ ਤੇ ਚੰਗੀ, ਪਰ ਮਰਿਆਂ ਨੂੰ ਪਹੁੰਚਦਾ ਨਹੀਂ ਨਾ, ਐਵੇਂ ਗਵਾ ਰਹੇ ਨੇ, ਕਾਵਾਂ ਕੁੱਤਿਆਂ ਨੂੰ ਪਾ ਰਹੇ ਨੇ। ਮਤਲਬ ਕਰ ਤੇ ਸੇਵਾ ਸਮਝ ਕੇ ਰਹੇ ਨੇ, ਧਰਮ ਸਮਝ ਕੇ। ਆ ਜਿੰਨੇ ਅਸੀਂ ਪਾਠ ਪੜਿਓ ਔਰ ਵੇਦ ਵਿਚਾਰਿਓ, ਇਹ ਸ਼ਬਦ ਵਿੱਚ ਕਰਮ ਕਾਂਡ ਗਿਣੇ ਨੇ, ਕਰ ਤੇ ਲੋਕ ਧਰਮ ਸਮਝ ਕੇ ਰਹੇ ਨੇ ਨਾ, ਲੇਕਿਨ ਧਰਮ ਹੈ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ ਸੇਵਾ ਥਾਂ ਉਹਦੀ ਪੈਂਦੀ ਹੈ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਬਾਕੀ ਸੇਵਾ ਵੀ ਵਿਅਰਥ ਚਲੀ ਜਾਂਦੀ ਹੈ। ਧਰਮ ਦੇ ਨਾਮ ਦੇ ਉੱਤੇ ਕੀਤੇ ਹੋਏ ਕਰਮ ਕਾਂਡ ਵੀ ਵਿਅਰਥ ਚਲੇ ਜਾਂਦੇ ਨੇ। ਇਸ ਲਈ ਜ਼ਰੂਰੀ ਹੈ ਕਿ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੀ ਜਾਏ ਤੇ ਰੱਬੀ ਰਜ਼ਾ ਦੇ ਅੰਦਰ ਤੁਰਨਾ, ਰੱਬ ਦੀ ਸੇਵਾ ਕਰਨੀ ਸਫਲ ਹੈ, ਪਰ ਥਾਂ ਉਹਨਾਂ ਦੀ ਪੈਂਦੀ ਹੈ ਜੋ ਗੁਰੂ ਗਿਆਨ ਮੁਤਾਬਕ ਸੇਵਾ ਕਰਦੇ ਨੇ, ਜ਼ਿੰਦਗੀ ਜੀਂਦੇ ਨੇ। ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਜਿਹਨੂੰ ਰੱਬ ਪਿਆਰਾ ਲੱਗਦਾ ਹੈ, ਜਿਹਨੂੰ ਰੱਬ ਭਾਉਂਦਾ ਹੈ, ਤਿਸ ਗੁਰ ਮਿਲੈ, ਉਹਨੂੰ ਗੁਰੂ ਮਿਲਦਾ ਹੈ ਤੇ ਉਹ ਹਰੀ ਨਾਮ ਧਿਆਏ ਦਾ ਮਤਲਬ ਧਿਆਉਂਦਾ ਹੈ, ਧਿਆਨ ਵਿੱਚ ਵਸਾਉਂਦਾ ਹੈ। ਨਾਮ ਦਾ ਮਤਲਬ ਹੈਗਾ ਹੁਕਮ ਜਾਂ ਰੱਬੀ ਗੁਣ। ਜੋ ਪ੍ਰਭੂ ਨੂੰ ਪਾ ਜਾਏ ਉਹਨੂੰ ਗੁਰੂ ਮਿਲ ਪੈਂਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਪ੍ਰਭੂ ਨੂੰ ਸਾਰੇ ਹੀ ਭਾਉਂਦੇ ਨੇ। ਰੱਬ ਨੂੰ ਤੇ ਕੋਈ ਵੀ ਐਸਾ ਨਹੀਂ ਕਿ ਜਿਹੜਾ ਚੰਗਾ ਨਾ ਲੱਗਦਾ ਹੋਵੇ। ਜੇ ਰੱਬ ਨੂੰ ਕੋਈ ਚੰਗਾ ਨਾ ਲੱਗਦਾ ਹੋਵੇ ਤੇ ਰੱਬ ਵੈਸੀ ਮੌਤ ਦੇ ਦੇਵੇ, ਰੱਬ ਨੂੰ ਕੀ ਫਰਕ ਪੈਂਦਾ, ਉਹਨੂੰ ਰੱਬ ਪੈਦਾ ਹੀ ਨਾ ਕਰੇ। ਤਾਂ ਇਹ ਰੱਬ ਦੇ ਭਾਣੇ ਦੇ ਵਿੱਚ ਜ਼ਿੰਦਗੀ ਬਤੀਤ ਕਰਨੀ ਜਾਂ ਰੱਬੀ ਰਜ਼ਾ ਦੇ ਅੰਦਰ ਤੁਰਨਾ, ਉਹਨੂੰ ਗੁਰੂ ਮਿਲ ਪੈਂਦਾ ਹੈ। ਯਾਨੀ ਜਿਹਨੂੰ ਗੁਰੂ ਮਿਲਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ। ਇਹ ਦੋਵੇਂ ਚੀਜ਼ਾਂ ਇੰਟਰ ਰਿਲੇਟਿਡ ਨੇ। ਪ੍ਰਭੂ ਨੂੰ ਪਾ ਗਿਆ ਤਾਂ ਗੁਰੂ ਮਿਲੇਗਾ, ਗੁਰੂ ਨੂੰ ਪਾ ਗਿਆ ਪ੍ਰਭੂ ਨੂੰ ਮਿਲੇਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਹਰੀ ਦੇ ਭਾਣੇ ਵਿੱਚ ਤੁਰਦਾ ਹੈ ਉਹਨੂੰ ਗੁਰੂ ਮਿਲਦਾ ਹੈ। ਭਾਵ ਜਿਹਨੂੰ ਗੁਰੂ ਮਿਲਦਾ ਹੈ ਉਹ ਪ੍ਰਭੂ ਦੇ ਭਾਣੇ ਵਿੱਚ ਤੁਰਦਾ ਹੈ। ਸੋ ਹਰ ਨਾਮ ਧਿਆਏ, ਤੇ ਅਸਲ ਦੇ ਅੰਦਰ ਉਹ ਬੰਦਾ ਰੱਬੀ ਗੁਣਾਂ ਦਾ ਧਿਆਨ ਕਰਦਾ ਹੈ। ਨਾਮ ਦਾ ਮਤਲਬ ਰੱਬੀ ਗੁਣ ਜਾਂ ਰੱਬੀ ਹੁਕਮ, ਧਿਆਏ ਦਾ ਮਤਲਬ ਧਿਆਨ ਵਿੱਚ ਕਰਦਾ ਹੈ। ਉਹ ਆਪਣੇ ਧਿਆਨ ਨੂੰ ਰੱਬੀ ਹੁਕਮ ਦੇ ਨਾਲ ਜੋੜਦਾ ਹੈ। ਤਾਂ ਜਿਹਨੂੰ ਰੱਬੀ ਰਜ਼ਾ ਦੇ ਅੰਦਰ ਗੁਰੂ ਮਿਲਦਾ ਹੈ, ਇਹ ਚੀਜ਼ ਨੂੰ ਫਿਰ ਦੁਬਾਰਾ ਸਮਝ ਲੈਣਾ। ਭਾਵੈ ਭਾਣਾ, ਰਜ਼ਾ ਸਿਸਟਮ। ਹੁਣ ਗੁਰੂ ਦਾ ਮਿਲਾਪ ਕਿਸੇ ਸਿਸਟਮ ਵਿੱਚ ਹੀ ਹੋਏਗਾ ਨਾ। ਜੋ ਮਿਲਾਪ ਵਾਲੇ ਕਰਮ ਨੇ, ਜੇ ਅਸੀਂ ਗੁਰਦੁਆਰੇ ਸਾਹਿਬ ਆਵਾਂਗੇ, ਬਾਣੀ ਪੜਾਂਗੇ, ਤਾਂ ਹੀ ਸਾਨੂੰ ਗੁਰੂ ਦਾ ਮਿਲਾਪ ਹੋਏਗਾ। ਤੇ ਜੇ ਅਸੀਂ ਇਸ ਸਿਸਟਮ ਨੂੰ ਫੋਲੋ ਨਾ ਕਰੀਏ, ਅਸੀਂ ਵਿਕਾਰਾਂ ਵਾਲੇ ਪਾਸੇ ਜਾਈਏ ਜਾਂ ਕਬਰਾਂ ਵਾਲੇ ਪਾਸੇ ਜਾਈਏ, ਤਾਂ ਫਿਰ ਸਾਨੂੰ ਗੁਰੂ ਨਹੀਂ ਮਿਲੇਗਾ ਨਾ। ਗੱਲ ਹੈਗੀ ਸਿਸਟਮ ਦੀ ਕਿ ਗੁਰੂ ਦਾ ਮਿਲਾਪ ਰੱਬੀ ਰਜ਼ਾ ਭਾਣੇ ਦੇ ਵਿੱਚ ਹੁੰਦਾ ਹੈ, ਤੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ ਉਹ ਫਿਰ ਰੱਬੀ ਰਜ਼ਾ ਭਾਣੇ ਦੇ ਵਿੱਚ ਤੁਰਦਾ ਹੈ, ਯਾਨੀ ਰੱਬੀ ਗੁਣਾਂ ਨੂੰ ਗਾਉਂਦਾ ਹੈ। ਗੁਰ ਸ਼ਬਦੀ ਹਰ ਪਾਈਐ, ਹਰ ਪਾਰ ਲੰਘਾਏ। ਤਾਂ ਜੀਵਾਂ ਨੂੰ ਸੰਸਾਰ ਸਾਗਰ ਤੋਂ ਪ੍ਰਭੂ ਪਾਰ ਲੰਘਾ ਦਿੰਦਾ ਹੈ, ਪਰ ਉਹ ਮਿਲਦਾ ਕਿਵੇਂ ਹੈ? ਗੁਰ ਸ਼ਬਦੀ ਹਰ ਪਾਈਐ, ਗੁਰੂ ਦੇ ਸ਼ਬਦ ਰਾਹੀਂ। ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ। ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵਿਆਂ ਹੀ ਪ੍ਰਭੂ ਦਾ ਮਿਲਾਪ ਹੁੰਦਾ ਹੈ। ਹੁਣ ਦੇਖੋ ਗੱਲ ਹੈ ਗਿਆਨ ਦੀ, ਗੱਲ ਹੈ ਗਿਆਨ ਦੀ ਸਹੀ ਵਰਤੋਂ ਕਰਨ ਦੀ। ਗੁਰੂ ਜੀ ਸਾਨੂੰ ਸਮਝਾ ਰਹੇ ਨੇ ਨਾ ਪਾਵਨ ਬਾਣੀ ਰਾਹੀਂ, ਘਟ ਘਟ ਮੈਂ ਹਰ ਜੂ ਬਸੈ, ਜਾਏ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਔਰ ਗੁਣ ਕਹਿ ਗੁਣੀ ਸਮਾਵਣਿਆ, ਕਿ ਗੁਣ ਕਹਿਣ ਵਾਲਾ ਜਿਹੜਾ ਹੈ ਗੁਣੀ ਦੇ ਵਿੱਚ ਹੀ ਸਮਾ ਜਾਂਦਾ ਹੈ। ਤਾਂ ਲੋੜ ਤਾਂ ਗੁਰੂ ਦੇ ਦੱਸੇ ਹੋਏ ਇਸ ਗਿਆਨ ਤੇ ਅਮਲ ਕਰਨ ਦੀ ਹੈ। ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ
ਉਹਨੂੰ ਪ੍ਰਭੂ ਪਾਰ ਲੰਘਾ ਦਿੰਦਾ ਹੈ, ਯਾਨੀ ਉਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ। ਔਰ ਗੁਰੂ ਗਿਆਨ ਰਾਹੀਂ ਹੀ ਅਸੀਂ ਪ੍ਰਭੂ ਨੂੰ ਪਾ ਸਕਦੇ ਹਾਂ, ਰੱਬੀ ਗੁਣਾਂ ਨੂੰ ਪਾ ਸਕਦੇ ਹਾਂ। ਮੇਨ ਗੱਲ ਹੈ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੀ। ਮਨ ਹਟ ਕਿਨੈ ਨਾ ਪਾਇਓ, ਪੁੱਛੋ ਵੇਦਾਂ ਜਾਏ। ਇੱਥੇ ਵੇਦਾਂ ਬਿੰਦੀ ਲਗਾ ਕੇ ਪੜਾਂਗੇ। ਮਨ ਹਟ ਦਾ ਮਤਲਬ ਹੈਗਾ ਮਨ ਦੇ ਹੱਥ ਦੇ ਨਾਲ। ਵੇਦਾਂ ਜਾਏ ਦਾ ਮਤਲਬ ਜੋ ਧਾਰਮਿਕ ਪੁਸਤਕਾਂ ਨੇ ਉਹਨਾਂ ਨੂੰ ਪੜ੍ਹ ਕੇ ਵੇਖ ਲਓ, ਜਾਂ ਉਹਨਾਂ ਨੂੰ ਪੜ੍ਹਨ ਵਾਲਿਆਂ ਤੋਂ ਪੁੱਛ ਕੇ ਵੇਖ ਲਓ ਕਿ ਮਨ ਹੱਟ ਦੇ ਨਾਲ ਕਦੇ ਵੀ ਕਿਸੇ ਨੇ ਨਹੀਂ ਪਾਇਆ। ਆਪਣੇ ਮਨ ਦੇ ਹੱਟ ਨਾਲ ਕਿਸੇ ਨੇ ਰੱਬ ਨੂੰ ਨਹੀਂ ਪਾਇਆ, ਔਰ ਮਨ ਦੇ ਹੱਟ ਦੇ ਨਾਲ ਪਾਇਆ ਵੀ ਨਹੀਂ ਜਾ ਸਕਦਾ। ਜੇ ਕੋਈ ਬੰਦਾ ਕਹੇ ਕਿ ਮੈਂ ਪਾਠ ਪੜ੍ਹ ਕੇ ਰੱਬ ਨੂੰ ਪਾ ਲਵਾਂ ਤਾਂ ਨਹੀਂ ਪਾਇਆ ਜਾਏਗਾ। ਜੇ ਕੋਈ ਬੰਦਾ ਕਹੇ ਨਿਓਲੀ ਕਰਮ ਕਰਨ ਨਾਲ, ਅਸੀਂ ਪੜ੍ਹਿਆ ਨਾ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ। ਜੇ ਬੰਦਾ ਮਨ ਦੇ ਹੱਥ ਦੇ ਨਾਲ ਕਹੇ ਕਿ ਮੈਂ ਰੱਬੀ ਰਜਾ ਤੋਂ ਉਲਟ ਕੁਛ ਕਰਕੇ ਪਾ ਸਕਾਂਗਾ ਤਾਂ ਨਹੀਂ ਪਾ ਸਕੇਗਾ। ਇਸ ਲਈ ਜ਼ਰੂਰਤ ਹੈ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੀ। ਰੱਬੀ ਰਜਾ ਮੁਤਾਬਕ ਜ਼ਿੰਦਗੀ ਜੀਣ ਦੇ ਨਾਲ ਸਾਡੇ ਜੀਵਨ ਵਿੱਚ ਸੁਖ ਸ਼ਾਂਤੀ ਆਉਂਦੀ ਹੈ। ਪ੍ਰਭੂ ਦਾ ਮਿਲਾਪ ਰਜਾ ਦੇ ਵਿੱਚ ਤੁਰਨ ਦੇ ਨਾਲ ਹੁੰਦਾ ਹੈ, ਮਨ ਹੱਟ ਦੇ ਨਾਲ ਨਹੀਂ। ਜੇ ਕੋਈ ਚਾਹੇ ਕਿ ਮੈਂ ਸਮਾਧੀਆਂ ਲਾ ਲਾ ਕੇ ਪਾ ਲਵਾਂ, ਤਾਂ ਇਹਨਾਂ ਚੀਜ਼ਾਂ ਦਾ ਖੰਡਨ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਗੁਰੂ ਜੀ ਨੇ ਕਰ ਦਿੱਤਾ ਹੈ। ਸੋਚੈ ਸੋਚ ਨਾ ਹੋਵੇ, ਜਾਂ ਚੁੱਪੈ ਚੁੱਪ ਨਾ ਹੋਵੇ, ਜਾਂ ਸਹਿ ਸਿਆਣਪਾ ਲਾਖੋਂ ਹੈ, ਭੁੱਖਿਆਂ ਭੁੱਖ ਨਾ ਉਤਰੀ। ਤਾਂ ਇਹਨਾਂ ਚੀਜ਼ਾਂ ਦਾ ਖੰਡਨ ਗੁਰੂ ਜੀ ਪਹਿਲਾਂ ਹੀ ਕਰ ਚੁੱਕੇ ਨੇ। ਇਸ ਲਈ ਨਾਨਕ ਹਰ ਕੀ ਸੇਵਾ ਸੋ ਕਰੇ, ਜਿਸ ਲੈ ਹਰ ਲਾਏ। ਹਰੀ ਦੀ ਸੇਵਾ ਉਹੀ ਜੀਵ ਕਰਦਾ ਹੈ ਜਿਹਨੂੰ ਗੁਰੂ ਮਿਲਾ ਕੇ ਹਰੀ ਆਪ ਸੇਵਾ ਦੇ ਵਿੱਚ ਲਾਂਦਾ ਹੈ। ਹੁਣ ਜਿਸ ਲੈ ਹਰ ਲਾਏ ਦਾ ਮਤਲਬ ਜੋ ਰੱਬੀ ਰਜਾ ਦੇ ਅੰਦਰ ਤੁਰਦਾ ਹੈ, ਅਸਲੀ ਹਰੀ ਦੀ ਸੇਵਾ ਉਹ ਹੀ ਕਰ ਰਿਹਾ ਹੈ। ਤਾਂ ਰੱਬ ਦੀ ਅਸਲੀ ਸੇਵਾ ਕੀ ਹੈ? ਰੱਬ ਦੀ ਰਜਾ ਵਿੱਚ ਤੁਰਨਾ। ਗੁਰੂ ਦੀ ਅਸਲੀ ਸੇਵਾ ਕੀ ਹੈ? ਗੁਰੂ ਦੇ ਦੱਸੇ ਰਾਸਤੇ ਤੇ ਤੁਰਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਰੱਬੀ ਰਜਾ ਦੇ ਅੰਦਰ ਤੁਰਦਾ ਹੈ, ਅਸਲੀ ਇਨਸਾਨ ਉਹੀ ਉਸ ਪ੍ਰਭੂ ਦੀ ਸੇਵਾ ਕਰ ਰਿਹਾ ਹੈ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਵਰਿਆਮ ਦਾ ਮਤਲਬ ਹੁੰਦਾ ਹੈ ਬਹਾਦਰ। ਸੂਰਾ ਵਰਿਆਮ ਦਾ ਮਤਲਬ ਬਹਾਦਰ, ਸੂਰਮਾ। ਸੂਰਾ ਦਾ ਮਤਲਬ ਸੂਰਮਾ, ਵਰਿਆਮ ਦਾ ਮਤਲਬ ਬਹਾਦਰ, ਬਹਾਦਰ ਸੂਰਮਾ। ਗੁਰੂ ਜੀ ਕਹਿੰਦੇ ਨੇ ਨਾਨਕ ਸੋ ਸੂਰਾ ਵਰਿਆਮ, ਅਸਲ ਦੇ ਅੰਦਰ ਉਹ ਮਨੁੱਖ ਬਹਾਦਰ ਸੂਰਮਾ ਹੈ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਅਹੰਕਰਨ ਦਾ ਮਤਲਬ ਅਹੰਕਾਰ। ਜਿਨਨੇ ਆਪਣੇ ਅੰਦਰੋਂ ਦੁਸ਼ਟ ਅਹੰਕਾਰ ਨੂੰ ਖਤਮ ਕੀਤਾ ਹੈ। ਸਭ ਤੋਂ ਵੱਡਾ ਵੈਰੀ ਮਨੁੱਖ ਦਾ ਆਪਣਾ ਹੰਕਾਰ ਹੈ, ਆਪਣੀ ਹਉਮੈ ਹੈ। ਮੇਰਾ ਵੈਰੀ ਹੋਰ ਕੋਈ ਨਹੀਂ ਦੁਨੀਆ ਵਿੱਚ। ਮੇਰਾ ਵੈਰੀ ਮੇਰਾ ਹੰਕਾਰ ਹੈ, ਮੇਰੀ ਈਗੋ ਹੈ। ਚਾਹੇ ਉਹ ਇਨਫੀਰੀਓਰਿਟੀ ਕੰਪਲੈਕਸ ਹੈ ਜਾਂ ਸੁਪਰੀਓਰਿਟੀ ਕੰਪਲੈਕਸ ਹੈ। ਮੇਰੇ ਜੀਵਨ ਦੇ ਸੁੱਖਾਂ ਦਾ ਰੋੜਾ ਮੇਰਾ ਹੰਕਾਰ ਹੈ। ਮੇਰੇ ਨਾਲ ਜੇ ਤੁਹਾਡੀ ਅਣਬਣ ਹੈ ਤਾਂ ਮੇਰੀ ਈਗੋ ਕਰਕੇ ਹੈ। ਪ੍ਰਭੂ ਨਾਲ ਵਿਛੋੜਾ ਹੈ, ਈਗੋ ਕਰਕੇ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਇਹ ਬੜਾ ਵੱਡਾ ਰੋਗ ਹੈ। ਤਾਂ ਅਸਲ ਦੇ ਅੰਦਰ ਉਹ ਬੰਦਾ ਬਹਾਦਰ ਸੂਰਮਾ ਹੈ ਜਿਨਨੇ ਆਪਣੇ ਅੰਦਰੋਂ ਅਹੰਕਾਰ ਨੂੰ ਮਾਰ ਲਿਆ। ਔਰ ਜਿਹੜਾ ਅਹੰਕਾਰ ਨੂੰ ਮਾਰੇਗਾ ਉਹੀ ਰਜਾ ਭਾਣੇ ਦੇ ਅੰਦਰ ਤੁਰੇਗਾ। ਗੁਰਮੁਖ ਨਾਮ ਸਾਲਾਹ, ਜਨਮ ਸਵਾਰਿਆ। ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹਨੇ ਜਨਮ ਸਫਲ ਕੀਤਾ ਹੈ। ਹੁਣ ਸਿਫਤ ਸਲਾਹ ਉਹੀ ਗਾਏਗਾ ਜਿਹਦੇ ਅੰਦਰ ਈਗੋ ਨਹੀਂ ਹੈ। ਜਿਹਦੇ ਅੰਦਰ ਈਗੋ ਹੈ ਉਹ ਤੇ ਕਹੇਗਾ ਮੈਂ ਹੀ ਸਿਆਣਾ ਹਾਂ। ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣ ਲਈ ਸਾਨੂੰ ਈਗੋ ਖਤਮ ਕਰਨੀ ਪੈਣੀ ਹੈ ਨਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰੂ ਦੇ ਦੱਸੇ ਰਾਹ ਤੇ ਤੁਰਨ ਲਈ ਸਾਨੂੰ ਆਪਣੀ ਮਨ ਦੀ ਮੱਤ ਛੱਡਣੀ ਪਵੇਗੀ। ਤੇ ਜਿਹੜਾ ਮਨ ਦੀ ਮੱਤ ਛੱਡੇਗਾ ਉਹ ਹੀ ਗੁਰੂ ਦੀ ਮੱਤ ਅਪਣਾਏਗਾ। ਜੋ ਗੁਰੂ ਦੀ ਮੱਤ ਅਪਣਾਏਗਾ ਉਹ ਮਨ ਦੀ ਮੱਤ ਨੂੰ ਛੱਡੇਗਾ। ਤੇ ਜੇ ਕੋਈ ਆਪਣੇ ਮਨ ਦੀ ਮੱਤ ਕਰੇ ਤਾਂ ਇਹਦਾ ਮਤਲਬ ਉਹਦੇ ਅੰਦਰ ਈਗੋ ਹੈ ਨਾ। ਉਹ ਗੁਰੂ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਜਾਂ ਉਹ ਮੰਨਣਾ ਨਹੀਂ ਚਾਹੁੰਦਾ। ਤਾਂ ਈਗੋ ਹੀ ਸਾਡੇ ਰਾਸਤੇ ਦਾ ਰੋੜਾ ਹੈ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ ਫਿਰ ਉਹ ਆਪਣੇ ਜਨਮ ਨੂੰ ਸੰਵਾਰ ਲੈਂਦਾ ਹੈ, ਕਿਉਂਕਿ ਉਹ ਗੁਣਾਂ ਦਾ ਧਾਰਨੀ ਹੁੰਦਾ ਹੈ। ਉਹ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੱਚ ਨੂੰ ਵੀ ਅਪਣਾਏਗਾ, ਦਇਆ ਨੂੰ ਅਪਣਾਏਗਾ, ਜਾਤੀਵਾਦ ਨੂੰ ਛੱਡੇਗਾ, ਮੇਰ ਤੇਰ ਨੂੰ ਛੱਡੇਗਾ। ਉਹ ਦੂਜੇ ਦੀ ਹੈਲਪ ਕਰੇਗਾ, ਉਹ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰੇਗਾ। ਇਸ ਤਰ੍ਹਾਂ ਉਹ ਆਪਣੇ ਜਨਮ ਨੂੰ ਸੰਵਾਰ ਲੈਂਦਾ ਹੈ।
ਆਪ ਹੁਆ ਸਦਾ ਮੁਕਤ, ਸਭ ਕੁਲ ਨਿਸਤਾਰਿਆ। ਉਹ ਸੂਰਮਾ ਆਪ ਵੀ ਸਦਾ ਲਈ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਕਿ ਉਹ ਆਪਣੀ ਕੁੱਲ ਨੂੰ ਵਿਕਾਰ ਲੈਂਦਾ। ਸਾਡੀਆਂ ਦੋ ਤਰ੍ਹਾਂ ਦੀਆਂ ਕੁੱਲਾਂ ਨੇ। ਇੱਕ ਤਾਂ ਸਾਡੀ ਕੁੱਲ ਹੈ ਸਾਡੇ ਗਿਆਨ ਇੰਦਰੀ, ਅੱਖ, ਨੱਕ, ਕੰਨ ਆਦਿ, ਉਹ ਇਹਨਾਂ ਨੂੰ ਵੀ ਵਿਕਾਰਾਂ ਤੋਂ ਬਚਾ ਲੈਂਦਾ। ਤੇ ਦੂਜੇ ਪਾਸੇ ਕੁੱਲ ਨਿਸਤਾਰਿਆ ਦਾ ਮਤਲਬ ਜਿਹੜੇ ਕੁੱਲ ਉਹਦੇ ਰਾਹ ਤੇ ਤੁਰਦੇ ਨੇ, ਉਹਦੇ ਉਪਦੇਸ਼ ਨੂੰ ਅਪਣਾ ਲੈਂਦੇ ਨੇ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਮੰਨ ਲਓ ਕੋਈ ਚੰਗਾ ਬੰਦਾ ਹੈ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਤੇ ਅਸੀਂ 10, 20, 50 ਬੰਦੇ ਉਹਦੇ ਤੋਂ ਪੁੱਛੀਏ ਵੀ ਤੇਰੀ ਜ਼ਿੰਦਗੀ ਇੰਨੀ ਚੰਗੀ ਕਿਵੇਂ ਬਣ ਗਈ, ਤੂੰ ਵਿਕਾਰਾਂ ਤੋਂ ਕਿਵੇਂ ਬਚਿਆ, ਤੇ ਉਹ ਸਾਨੂੰ ਕਵੇ ਕਿ ਮੈਂ ਤੇ ਭਰਾਵੋ ਕੁਛ ਨਹੀਂ ਕੀਤਾ, ਮੈਂ ਤਾਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀ ਹੈ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹੀ ਹੈ, ਵਿਚਾਰੀ ਹੈ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਰਿਹਾ, ਤੁਸੀਂ ਵੀ ਜੀਵੋਗੇ, ਤੁਹਾਡਾ ਵੀ ਪਾਰ ਉਤਾਰਾ ਹੋ ਜਾਏਗਾ। ਤੇ ਜੇ ਅਸੀਂ 30, 40, 50 ਬੰਦੇ ਜਿੰਨੇ ਵੀ ਆ, ਉਹਦੀ ਗੱਲ ਨੂੰ ਮੰਨ ਕੇ ਗੁਰਬਾਣੀ ਦੇ ਨਾਲ ਜੁੜ ਜਾਈਏ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਲੱਗ ਜਾਈਏ, ਤਾਂ ਸਾਡਾ ਵੀ ਪਾਰ ਉਤਾਰਾ ਹੋ ਜਾਏਗਾ। ਤੇ ਜੇ ਸਾਰਾ ਜਗਤ ਉਹਦੀ ਗੱਲ ਨੂੰ ਮੰਨ ਕੇ ਗੁਰਬਾਣੀ ਨਾਲ ਜੁੜ ਜਾਏ, ਤੇ ਸਾਰੇ ਜਗਤ ਦਾ ਪਾਰ ਉਤਾਰਾ ਹੋ ਜਾਏਗਾ। ਕੁੱਲ ਦਾ ਮਤਲਬ ਕਿ ਬਹੁਤ ਸਾਰਿਆਂ ਨੂੰ, ਜਿੰਨੇ ਵੀ ਲੋਕ ਉਹਦੇ ਨਾਲ ਮਿਲੇ, ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ, ਉਹਦੇ ਨਾਲ ਮਿਲ ਕੇ, ਸੱਚ ਦੇ ਨਾਲ ਜੁੜ ਕੇ। ਸੋਹਨ ਸੱਚ ਦੁਆਰ ਨਾਮ ਪਿਆਰਿਆ। ਇੱਥੇ ਦੁਆਰ ਦੇ ਰਾਰੇ ਨਾਲ ਸਿਹਾਰੀ ਹੈ, ਦੁਆਰੇ ਵਿੱਚ, ਦਰ ਤੇ। ਸੱਚੇ ਦੁਆਰੇ ਤੇ ਉਹ ਸੋਹਣੇ ਲੱਗਦੇ ਨੇ। ਸੋਹਨ ਦਾ ਮਤਲਬ ਸ਼ੋਭਦੇ ਨੇ। ਨਾਮ ਪਿਆਰਿਆ ਦਾ ਨਾਲ ਨਾਮ ਦੇ ਨਾਲ ਪਿਆਰ ਕਰਨ ਵਾਲੇ ਬੰਦੇ। ਨਾਮ ਦਾ ਮਤਲਬ ਹੁਕਮ। ਜਿੱਥੇ ਨਾਮ ਸ਼ਬਦ ਆਏ ਨਾ, ਉਹਦਾ ਮਤਲਬ ਹੁਕਮ ਜਾਂ ਰੱਬੀ ਗੁਣ। ਵੈਸੇ ਨਾਮ ਕਈ ਅਰਥਾਂ ਦੇ ਵਿੱਚ ਆਇਆ ਹੈ, ਪਰ ਆਮ ਕਰਕੇ ਨਾਮ ਦਾ ਮਤਲਬ ਹੁਕਮ ਔਰ ਨਾਮ ਦਾ ਮਤਲਬ ਰੱਬੀ ਗੁਣ ਲੈਣਾ ਹੈ। ਨਾਮ ਨਾਲ ਪਿਆਰ ਕਰਨ ਵਾਲੇ, ਰੱਬੀ ਗੁਣਾਂ ਨਾਲ ਪਿਆਰ ਕਰਨ ਵਾਲੇ ਬੰਦੇ ਹਰੀ ਦੇ ਦਰਗਾਹ ਵਿੱਚ ਸ਼ੋਭਾ ਪਾਉਂਦੇ ਨੇ। ਸੱਚੇ ਦਰ ਤੇ, ਸੱਚ ਦੁਆਰ, ਸੱਚੀ ਦਰਗਾਹ ਵਿੱਚ, ਸੱਚੇ ਦੁਆਰ ਤੇ। ਹੁਣ ਸੱਚੀ ਦਰਗਾਹ ਕਿੱਥੇ ਹੈ, ਇਹ ਗੱਲ ਅਸੀਂ ਸਪਸ਼ਟ ਕਰ ਚੁੱਕੇ ਹਾਂ, ਸਾਰੇ ਵੀਰਾਂ ਭੈਣਾਂ ਨੂੰ ਪਤਾ ਹੀ ਹੈ ਕਿ ਦਰਗਾਹ ਕੋਈ ਉੱਤੇ ਨਹੀਂ ਹੈ, ਵੱਖਰੀ, ਜਿੱਥੇ ਰੱਬ ਇਕੱਲਾ ਬਹਿ ਕੇ ਫੈਸਲੇ ਕਰਦਾ ਹੈ। ਆ ਸਾਰਾ ਸੰਸਾਰ ਰੱਬ ਦਾ ਦਰ ਹੀ ਹੈ, ਕਿਉਂਕਿ ਇਹ ਜਗ ਸੱਚੇ ਕੀ ਹੈ ਕੋਠੜੀ। ਸੱਚ ਦੁਆਰ ਦਾ ਮਤਲਬ ਹੁੰਦਾ ਹੈ, ਸੱਚੀ ਦਰਗਾਹ ਦਾ ਮਤਲਬ ਜਿੱਥੇ ਸੱਚ ਦੇ ਬੇਸ ਤੇ ਫੈਸਲੇ ਹੁੰਦੇ ਨੇ, ਯੂਨੀਵਰਸਲ ਟਰੁੱਥ ਦੇ ਬੇਸ ਦੇ ਉੱਤੇ ਜਿੱਥੇ ਵਿਚਾਰ ਕੀਤੀ ਜਾਂਦੀ ਹੈ ਨਾ, ਉੱਥੇ ਉਹ ਬੰਦੇ ਪੂਰੇ ਉਤਰਦੇ ਨੇ। ਮੰਨ ਲਓ ਅਸੀਂ ਕੋਈ 2-4 ਵੀਰ ਭੈਣਾਂ ਗੱਲਬਾਤ ਕਰਦੇ ਹਾਂ, ਕੋਈ ਉਹਦੇ ਵਿੱਚ ਮੇਰੇ ਵਿਚਾਰ ਹੋਰ ਨੇ, ਤੁਹਾਡੇ ਹੋਰ ਨੇ, ਦੂਜੇ ਦੇ ਹੋਰ ਨੇ, ਤਾਂ ਜਿਹਦੇ ਵਿਚਾਰ ਯੂਨੀਵਰਸਲ ਟਰੁੱਥ ਦੇ ਉੱਤੇ ਪੂਰੇ ਉਤਰ ਜਾਣ, ਉਹਨੂੰ ਸਹੀ ਮੰਨ ਲਿਆ ਜਾਏਗਾ। ਤਾਂ ਜਿੱਥੇ ਸੱਚ ਦੇ ਬੇਸ ਤੇ ਫੈਸਲੇ ਹੁੰਦੇ ਨੇ ਨਾ, ਉੱਥੇ ਉਹ ਬੰਦਾ ਪੂਰਾ ਉਤਰਦਾ ਹੈ। ਉਹਦੇ ਜੀਵਨ ਦੇ ਅੰਦਰ ਕੋਈ ਕਮੀ ਨਹੀਂ ਹੁੰਦੀ, ਨਾ ਆਚਰਣਕ ਤੌਰ ਤੇ, ਨਾ ਵਿਵਹਾਰਕ ਤੌਰ ਤੇ, ਨਾ ਬੋਲਾਂ ਦੇ ਤੌਰ ਤੇ। ਉੱਥੇ ਉਹ ਬੰਦੇ ਸ਼ੋਭਾ ਪਾਉਂਦੇ ਨੇ, ਉਹਨਾਂ ਨੂੰ ਮਾਣ ਸਤਿਕਾਰ ਮਿਲਦਾ ਹੈ। ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ ਵਾਲੀ ਉਹਨਾਂ ਦੀ ਅਵਸਥਾ ਹੁੰਦੀ ਹੈ। ਮਨਮੁਖ ਮਰਹਿ ਅਹੰਕਾਰ, ਮਰਨ ਵਿਗਾੜਿਆ। ਇਹਨੂੰ ਮਰਹਿ ਨਹੀਂ ਪੜਨਾ, ਬਿੰਦੀ ਲਗਾ ਕੇ ਮਰਹਿ, ਕਿਉਂਕਿ ਇਹ ਕਿਰਿਆਵਾਚੀ ਸ਼ਬਦ ਹੈ। ਕਿਰਿਆਵਾਚੀ ਸ਼ਬਦ ਦੇ ਹਾਹੇ ਨਾਲ ਜਦੋਂ ਸਿਹਾਰੀ ਹੋਵੇ ਤਾਂ ਉਹ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ, ਉੱਥੇ ਉਚਾਰਨ ਨਾਸਕੀ ਕਰਨਾ ਹੁੰਦਾ ਹੈ। ਮਨਮੁਖ ਮਰਹਿ ਅਹੰਕਾਰ। ਮਨਮੁਖ ਦਾ ਮਤਲਬ ਆਪ ਖੁਦਰੇ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਜੋ ਰੱਬੀ ਰਜ਼ਾ ਵਿੱਚ ਜੀਵਨ ਨਹੀਂ ਗੁਜ਼ਾਰਦੇ। ਮਰਹਿ ਅਹੰਕਾਰ ਦਾ ਮਤਲਬ ਉਹ ਅਹੰਕਾਰ ਦੇ ਵਿੱਚ ਮਰਦੇ ਨੇ, ਆਤਮਕ ਮੌਤ ਤੇ ਮਰਦੇ ਨੇ। ਮਰਨ ਵਿਗਾੜਿਆ ਦਾ ਮਤਲਬ ਉਹਨਾਂ ਨੇ ਆਪਣੀ ਮੌਤ ਨੂੰ ਵੀ ਵਿਗਾੜ ਲਿਆ ਹੁੰਦਾ ਹੈ, ਯਾਨੀ ਦੁਖੀ ਹੋ ਕੇ ਮਰਦੇ ਨੇ। ਅਸੀਂ ਕਹਿੰਦੇ ਨੇ ਉਹਦੀ ਤੇ ਮੌਤ ਵੀ ਵਿਗੜ ਗਈ ਹੈ, ਭਾਵ ਕਿ ਇੰਨੇ ਸਾਲਾਂ ਤੋਂ ਮੰਜੇ ਦੇ ਉੱਤੇ ਪਿਆ ਹੋਇਆ ਹੈ ਤੇ ਦੁਖੀ ਹੋ ਕੇ ਮਰ ਰਿਹਾ ਹੈ, ਉਹਨੂੰ ਕਹਿੰਦੇ ਨੇ ਮੌਤ ਵਿਗਾੜਨਾ। ਤਾਂ ਇੱਥੇ ਸਰੀਰਕ ਮੌਤ ਦੀ ਗੱਲ ਨਹੀਂ ਹੈ। ਮਰਨ ਵਿਗਾੜਿਆ ਦਾ ਮਤਲਬ ਉਹ ਦੁਖੀ ਹੋ ਕੇ ਆਤਮਕ ਮੌਤ ਤੇ ਮਰਦੇ ਨੇ। ਇੱਕ ਤਾਂ ਦੁੱਖ ਸਹਿੜਦੇ ਨੇ, ਮਾਨਸਿਕ ਪਰੇਸ਼ਾਨੀਆਂ ਸਹਿੜ ਲੈਂਦੇ ਨੇ, ਨਮੋਸ਼ੀ ਦਾ ਮੂੰਹ ਉਹਨਾਂ ਨੂੰ ਵੇਖਣਾ ਪੈਂਦਾ ਹੈ, ਔਰ ਉਹਨਾਂ ਦੇ ਅੰਦਰੋਂ ਇਨਸਾਨੀਅਤ ਮੁੱਕ ਜਾਂਦੀ ਹੈ। ਇਨਸਾਨੀਅਤ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਜ਼ਮੀਰ ਦਾ ਮਰ ਜਾਣਾ ਅਸਲੀ ਮੌਤ ਹੈ। ਉਹ ਲੋਕ ਜੋ ਅੰਦਰੋਂ ਹੋਰ ਨੇ ਤੇ ਬਾਹਰੋਂ ਹੋਰ ਨੇ, ਉਹ ਆਤਮਕ ਮੌਤ ਤੇ ਮਰੇ ਹੋਏ ਨੇ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਨਹੀਂ ਹੈ। ਤਾਂ ਮਨ ਦੇ ਪਿੱਛੇ ਤੁਰਨ ਵਾਲੇ ਅਹੰਕਾਰ ਕਰਕੇ
ਦੁਖੀ ਹੋ ਕੇ ਆਤਮਕ ਮੌਤ ਤੇ ਮਰਦੇ ਨੇ। ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ। ਉਹ ਵਿਚਾਰੇ ਕੀ ਕਰ ਸਕਦੇ ਨੇ, ਕਿਉਂਕਿ ਸਭ ਥਾਵਾਂ ਤੇ ਹੁਕਮ ਵਰਤ ਰਿਹਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਅਸੀਂ ਇਹਨੂੰ ਕਈ ਵਾਰ ਗਲਤ ਭਾਵ ਦੇ ਨਾਲ ਲੈ ਲੈਂਦੇ ਹਾਂ ਕਿ ਇਹਦਾ ਮਤਲਬ ਜੋ ਮਾੜੇ ਕਰਮ ਕਰ ਰਹੇ ਨੇ ਉਹਨਾਂ ਨੂੰ ਵੀ ਰੱਬ ਦਾ ਹੁਕਮ ਹੀ ਹੈ, ਤਾਂ ਫਿਰ ਇਹਦਾ ਮਤਲਬ ਰੱਬ ਹੀ ਦੋਸ਼ੀ ਹੋਇਆ ਨਾ। ਇਹ ਭੁਲੇਖਾ ਸਾਨੂੰ ਆਮ ਕਰਕੇ ਪਿਆ ਰਹਿੰਦਾ ਹੈ। ਇਹਨੂੰ ਸਮਝਣ ਵਾਸਤੇ ਥੋੜਾ ਜਿਹਾ ਬਰੀਕੀ ਵਿੱਚ ਜਾਣਾ ਪਵੇਗਾ। ਜੇ ਅਸੀਂ ਥੋੜਾ ਠਰਮੇ ਨਾਲ ਸੋਚੀਏ ਸਮਝੀਏ ਤਾਂ ਇਹਦੀ ਸਾਨੂੰ ਨਾ ਸਮਝ ਆ ਸਕਦੀ ਹੈ। ਦੇਖੋ, ਹੁਕਮ ਵਰਤ ਰਿਹਾ ਹੈ, ਹੁਕਮ ਦਾ ਮਤਲਬ ਹੈ ਸਿਸਟਮ। ਹੁਣ ਇੱਕ ਸਿਸਟਮ ਹੈ ਨਾ ਕਿ ਜੇ ਅਸੀਂ ਛੋਟੇ ਛੋਟੇ ਝੂਠ ਬੋਲਾਂਗੇ, ਵਿਕਾਰ ਕਮਾਵਾਂਗੇ, ਤਾਂ ਫਿਰ ਕੀ ਹੋਏਗਾ, ਸਾਡੇ ਅੰਦਰ ਇਹ ਸੰਸਕਾਰ ਪੈਦਾ ਹੋ ਜਾਣਗੇ ਨਾ। ਇਹ ਸਿਸਟਮ ਨੂੰ ਅਸੀਂ ਬਦਲ ਨਹੀਂ ਸਕਦੇ ਕਿ ਅਸੀਂ ਝੂਠ ਬੋਲੀਏ, ਈਰਖਾ ਵਾਲੇ ਕੰਮ ਕਰੀਏ ਤੇ ਸਾਡੇ ਅੰਦਰ ਸੁਭਾਅ ਚੰਗਾ ਬਣੇ। ਇਹ ਸਿਸਟਮ ਨੂੰ ਨਹੀਂ ਨਾ ਬਦਲ ਸਕਦੇ। ਤਾਂ ਇਹਦਾ ਮਤਲਬ ਇਹ ਸਿਸਟਮ ਦੇ ਅੰਦਰ ਚੱਲ ਰਿਹਾ ਨਾ ਸਾਰਾ ਕੁਝ। ਤੇ ਜਿਹੜੇ ਬੰਦੇ ਸੱਚ ਬੋਲਦੇ ਨੇ, ਪ੍ਰੇਮ ਦੇ ਨਾਲ ਰਹਿੰਦੇ ਨੇ, ਉਹਨਾਂ ਦੇ ਅੰਦਰ ਇਹ ਨਹੀਂ ਕਿ ਉਹਨਾਂ ਦੇ ਅੰਦਰ ਈਰਖਾ ਦਵੇਸ਼ ਉਕਰੀ ਜਾਏ, ਐਵੇਂ ਤੇ ਕਦੇ ਵੀ ਨਹੀਂ ਨਾ ਹੋਣਾ। ਇਸ ਲਈ ਇਹ ਹੁਕਮ ਸਿਸਟਮ ਹੈ। ਉਸ ਸਿਸਟਮ ਤੋਂ ਅਸੀਂ ਬਾਹਰ ਕੁਝ ਨਹੀਂ ਕਰ ਸਕਦੇ। ਜੇ ਅਸੀਂ ਮਾੜੇ ਸੋਚਾਂਗੇ ਤੇ ਸਾਡੀ ਸੋਚ ਮਾੜੀ ਬਣ ਜਾਏਗੀ, ਜੇ ਅਸੀਂ ਚੰਗਾ ਸੋਚਾਂਗੇ ਤੇ ਸੋਚ ਚੰਗੀ ਬਣ ਜਾਏਗੀ। ਇਸ ਲਈ ਚੰਗੇ ਔਰ ਮਾੜੇ ਸਾਰੇ ਹੁਕਮ ਦੇ ਵਿੱਚ ਨੇ, ਸਿਸਟਮ ਦੇ ਵਿੱਚ ਨੇ। ਇੱਥੇ ਕੰਡੇ ਵੀ ਸਿਸਟਮ ਵਿੱਚ ਉਗ ਰਹੇ ਨੇ, ਇੱਥੇ ਫੁੱਲ ਵੀ ਸਿਸਟਮ ਵਿੱਚ ਉਗ ਰਹੇ ਨੇ, ਇੱਥੇ ਨਿੰਮ ਵੀ ਸਿਸਟਮ ਵਿੱਚ, ਇੱਥੇ ਕਮਾਦ ਵੀ ਸਿਸਟਮ ਵਿੱਚ ਹੈ। ਜੇ ਨਿੰਮ ਕੌੜੀ ਹੈ ਨਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਮਿੱਟੀ ਥੱਲਿਓਂ ਕੌੜੀ ਹੈ, ਮਿੱਟੀ ਤਾਂ ਉਹੀ ਹੈ। ਲੇਕਿਨ ਇੱਕ ਸਿਸਟਮ ਹੈ ਨਾ ਕਿ ਨਿੰਮ ਦੇ ਬੀਜ ਦੇ ਅੰਦਰ ਹੈ ਹੀ ਕੁੜੱਤਨ ਕੁਦਰਤੀ ਤੌਰ ਤੇ ਉਹਦੇ ਅੰਦਰ ਜਿਹੜਾ ਰਸ ਜਾਏਗਾ ਉਹ ਕੁੜੱਤਨ ਹੀ ਚੂਸੇਗੀ, ਕੁੜੱਤਨ ਹੀ ਉਹਦੇ ਅੰਦਰ ਪੈਦਾ ਹੋਏਗੀ। ਈਖ ਗੰਨਾ ਹੈ ਤਾਂ ਉਹ ਹੈ ਹੀ ਮਿੱਠਾ, ਤਾਂ ਉਹ ਜਦੋਂ ਉਹਦੇ ਅੰਦਰ ਜਿਹੜਾ ਰਸ ਜਾਏਗਾ ਉਹ ਮਿੱਠਾ ਹੀ ਹੋਏਗਾ। ਇਹ ਸਿਸਟਮ ਹੈ ਨਾ ਸਾਰੇ ਦਾ ਸਾਰਾ। ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਪਰ ਉਹਦੀ ਵਰਤੋਂ ਅਸੀਂ ਕਿਵੇਂ ਕਰਾਂਗੇ ਸਾਡੇ ਤੇ ਡਿਪੈਂਡ ਕਰੇਗਾ। ਸਾਡੇ ਕੋਲ ਜ਼ਮੀਨ ਹੈ, ਜ਼ਮੀਨ ਦੇ ਅੰਦਰ ਇੱਕ ਕਿਸਾਨ ਹੈ, ਉਹ ਜ਼ਮੀਨ ਨੂੰ ਵਾਹ ਕੇ, ਉਹਨੂੰ ਪਿਆ ਕੇ, ਸੁਹਾਗਾ ਵਗੈਰਾ ਮਾਰ ਕੇ ਕਣਕ ਬੀਜਦਾ ਹੈ ਜਾਂ ਫਸਲ ਬੀਜਦਾ ਹੈ, ਤੇ ਉੱਥੇ ਫਸਲ ਹੋਏਗੀ। ਇਹ ਸਿਸਟਮ ਹੈ ਨਾ, ਫਸਲ ਬੀਜਾਂਗੇ ਤੇ ਫਸਲ ਹੋਏਗੀ। ਤੇ ਦੂਜਾ ਜਿਹੜਾ ਨਾਲ ਦਾ ਬੰਦਾ ਹੈ, ਉਹ ਆਪਣੀ ਜ਼ਮੀਨ ਨੂੰ ਵਾਹੇ ਨਾ, ਬੀਜੇ ਨਾ, ਤੇ ਫਿਰ ਉੱਥੇ ਕੀ ਹੋਏਗਾ, ਉੱਥੇ ਘਾਸ ਫੂਸ ਉੱਗੇਗਾ। ਸਿਸਟਮ ਹੈ ਨਾ। ਤੇ ਜੇ ਕੋਈ ਕਹੇ ਕਿ ਯਾਰ ਕਣਕ ਦਾ ਸੀਜ਼ਨ ਹੈ, ਇਹਦੀ ਜ਼ਮੀਨ ਵਿੱਚ ਕਣਕ ਕਿਉਂ ਨਹੀਂ ਉੱਗੀ, ਇਹਦੇ ਨਾਲ ਤੇ ਰੱਬ ਨੇ ਵੈਰ ਕਮਾਇਆ, ਇੱਥੇ ਹੁਕਮ ਕਿੱਥੇ ਗਿਆ। ਇਹ ਹੁਕਮ ਜਿਹੜਾ ਹੈ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਾਰਾ ਕੁਝ ਹੁਕਮ ਵਿੱਚ ਹੈ, ਗੁਆਂਢੀ ਦੀ ਜ਼ਮੀਨ ਦੇ ਅੰਦਰ ਤੇ ਕਣਕ ਉੱਗ ਪਈ, ਇਹ ਤੇ ਕਣਕ ਦਾ ਸੀਜ਼ਨ, ਇਹਦੀ ਜ਼ਮੀਨ ਵਿੱਚ ਕਣਕ ਕਿਉਂ ਨਹੀਂ ਉੱਗੀ, ਇੱਥੇ ਕੰਡੇ ਕਿਉਂ ਉੱਗੇ, ਫਸਲ ਨਹੀਂ ਉੱਗੀ, ਇੱਥੇ ਨਦੀਨ ਕਿਉਂ ਉੱਗ ਗਿਆ। ਕਿਉਂਕਿ ਸਿਸਟਮ ਹੈ ਵੀਰੋ, ਜੇ ਬੀਜੋਗੇ ਤੇ ਤਾਂ ਹੈ ਨਾ, ਨਹੀਂ ਬੀਜੋਗੇ ਤੇ ਨਦੀਨ ਉੱਗੇਗਾ। ਇਸੇ ਤਰ੍ਹਾਂ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ। ਕੋਈ ਵਿਚਾਰਾ ਕੁਝ ਨਹੀਂ ਕਰ ਸਕਦਾ ਹੁਕਮ ਤੋਂ ਬਾਹਰ। ਜੇ ਮਾੜੇ ਕਰਮ ਕਰੋਗੇ ਤੇ ਨਤੀਜਾ ਮਾੜਾ ਨਿਕਲੇਗਾ, ਚੰਗੇ ਕਰਮ ਕਰੋਗੇ ਨਤੀਜਾ ਚੰਗਾ ਨਿਕਲੇਗਾ। ਰੱਬ ਕਿਸੇ ਨੂੰ ਚੰਗਾ ਔਰ ਮਾੜਾ ਨਹੀਂ ਬਣਾਉਂਦਾ। ਰੱਬ ਨੇ ਸਾਰੇ ਇਨਸਾਨਾਂ ਨੂੰ ਇਨਸਾਨ ਬਣਾਇਆ ਹੈ, ਵਕਤ ਨੂੰ ਵਕਤ ਬਣਾਇਆ ਹੈ। ਜ਼ਮੀਨ ਸਿਰਫ ਜ਼ਮੀਨ ਹੈ, ਅੱਗ ਸਿਰਫ ਅੱਗ ਹੈ। ਇਹਦੀ ਵਰਤੋਂ ਤੁਸੀਂ ਕਿਵੇਂ ਕਰੋਗੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ, ਲੇਕਿਨ ਫਲ ਉਹਦਾ ਸਿਸਟਮ ਦੇ ਵਿੱਚ ਮਿਲੇਗਾ। ਆਪੋਂ ਦੂਜੈ ਲੱਗ ਖਸਮ ਵਿਸਾਰਿਆ। ਅਗਲੀ ਪੰਕਤੀ ਵਿੱਚ ਸਪਸ਼ਟ ਕਰ ਰਹੇ ਨੇ, ਆਪੋਂ ਦੂਜੈ ਲੱਗ, ਉਹ ਆਪ ਹੀ ਦੂਜੇ ਵਿੱਚ ਲੱਗ ਗਏ ਨੇ। ਖਸਮ ਵਿਸਾਰਿਆ ਤੇ ਰੱਬ ਨੂੰ ਵਿਸਾਰ ਦਿੱਤਾ ਹੈ। ਮਨਮੁਖ ਆਪਣੇ ਆਪ ਦੀ ਖੋਜ ਛੱਡ ਦਿੱਤੀ ਹੈ, ਆਪਣੇ ਆਪ ਨਾਲੋਂ ਟੁੱਟ ਗਿਆ ਹੈ, ਆਪਣੇ ਆਪ ਨਾਲੋਂ ਟੁੱਟ ਗਿਆ, ਆਪਣੀ ਖੋਜ ਹੀ ਨਹੀਂ ਕਰਦਾ ਕਿ ਮੈਂ ਕਰ ਕੀ ਰਿਹਾ ਹਾਂ, ਮੈਂ ਮਾਨਸਿਕ ਤੌਰ ਤੇ ਕਿੱਥੇ ਖੜਾ ਹਾਂ, ਬੌਧਿਕ ਤੌਰ ਤੇ ਕਿੱਥੇ ਖੜਾ, ਸਰੀਰਕ ਤੌਰ ਤੇ ਕਿੱਥੇ ਖੜਾ, ਆਤਮਿਕ ਤੌਰ ਤੇ ਕਿੱਥੇ ਖੜਾ ਹਾਂ। ਇਸ ਚੀਜ਼ ਦੀ ਪਹਿਚਾਨ ਨਹੀਂ ਕਰ ਰਿਹਾ। ਮੇਰੇ ਅੰਦਰ ਕਿੰਨੇ ਗੁਣ ਨੇ, ਕਿੰਨੇ ਅਵਗੁਣ ਨੇ, ਮੇਰੇ ਕੀਤੇ ਹੋਏ ਕਰਮਾਂ ਦਾ ਰਿਜ਼ਲਟ ਕੀ ਨਿਕਲੇਗਾ, ਮੈਂ ਕੀ ਚਾਹੁੰਦਾ ਹਾਂ, ਮੇਰਾ ਗੋਲ ਕੀ ਹੈ, ਮੇਰੀ ਮੰਜ਼ਿਲ ਕੀ ਹੈ, ਵਿਚਾਰ ਹੀ ਨਹੀਂ ਰਿਹਾ ਇਸ ਚੀਜ਼ ਦਾ। ਤਾਂ ਆਪੋਂ ਦੂਜੇ ਲੱਗ, ਉਹ ਦੂਜੇ ਵਿੱਚ ਲੱਗ ਗਿਆ ਹੈ। ਇੱਕ ਨੂੰ ਛੱਡ ਕੇ ਖਸਮ ਛੋੜ ਦੂਜੇ ਲੱਗੇ, ਡੂਬੇ ਸੇ ਵਣਜਾਰਿਆ। ਆਪਣੇ ਆਪੇ ਦੀ ਪਹਿਚਾਨ ਛੱਡ ਕੇ ਉਹਨੇ ਰੱਬ ਨੂੰ ਭੁਲਾ ਦਿੱਤਾ ਹੈ, ਰੱਬੀ ਗੁਣਾਂ ਨੂੰ ਭੁਲਾ ਦਿੱਤਾ ਹੈ। ਇਸ ਕਰਕੇ ਉਹਨੇ ਆਪਣਾ ਜੀਵਨ ਬਰਬਾਦ ਕੀਤਾ ਹੈ। ਨਾਨਕ ਬਿਨ ਨਾਵੇਂ ਸਭ ਦੁੱਖ। ਇੱਥੇ ਰੁਕ ਜਾਣਾ ਹੈ, ਨਾਨਕ ਤੇ ਥੋੜਾ ਜਿਹਾ ਰੁਕਾਂਗੇ। ਨਾਨਕ ਬਿਨ ਨਾਵੇਂ ਸਭ ਦੁੱਖ, ਇੱਥੇ ਰੁਕਾਂਗੇ।
विश्राम, सुख विसारिया। ये नहीं कि नानक बिन नामे सब दुख, सुख विसारिया नहीं इकट्ठा पढ़ना, दुख ते विश्राम लगाना है। नानक बिन नामे सब दुख, सुख विसारिया कि हे नानक नाम तो हीना होने करके सदा दुख मिलता है। नाम का मतलब हुक्म, जे हुक्म तो बाहर तुरोगे तो दुख मिलेगा। सुख विसारिया का मतलब सुख उन्होंने विसर जाता है, सुख का कदे वो मुंह भी नहीं मिलते, सुख उन्होंने कदे भी नहीं मिलता ਜਿਹੜੇ ਹੁਕਮ ਨੂੰ ਸਿਸਟਮ ਨੂੰ ਭੁਲਾ ਦਿੰਦੇ ਨੇ, ਜੋ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਨਹੀਂ ਜੀਂਦੇ, ਉਹਨਾਂ ਨੂੰ ਦੁੱਖ ਹੀ ਦੁੱਖ ਮਿਲਦਾ ਹੈ, ਉਹਨਾਂ ਨੂੰ ਕਦੇ ਵੀ ਸੁੱਖ ਨਹੀਂ ਮਿਲਦਾ। ਔਰ ਇਹ ਚੀਜ਼ ਨੂੰ ਧਿਆਨ ਦੇ ਨਾਲ ਅਸਾਂ ਸਮਝਣਾ ਹੈ। ਦੇਖੋ ਸਾਡੇ ਪਰਿਵਾਰ ਨੇ, ਪਰਿਵਾਰਾਂ ਦੇ ਵਿੱਚ ਇੱਕ ਸਿਸਟਮ ਹੈ ਨਾ ਜੀਣ ਦਾ, ਮਾਪੇ ਨੇ, ਬੱਚੇ ਨੇ ਜਾਂ ਹੋਰ ਰਿਸ਼ਤੇਦਾਰ ਸੱਜਣ ਮਿੱਤਰ ਨੇ। ਜੇ ਅਸੀਂ ਸਿਸਟਮ ਨੂੰ ਫੋਲੋ ਕਰਦੇ ਹਾਂ, ਆਪਣੇ ਫਰਜ਼ਾਂ ਨੂੰ ਠੀਕ ਢੰਗ ਦੇ ਨਾਲ ਨਿਭਾਉਂਦੇ ਹਾਂ, ਤਾਂ ਪਰਿਵਾਰਾਂ ਦੇ ਵਿੱਚ ਸੁੱਖ ਹੈ। ਤੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਭਾਈ ਇਹ ਸਿਸਟਮ ਨੂੰ ਫੋਲੋ ਨਹੀਂ ਕੀਤਾ ਜਾਂਦਾ, ਇੱਕ ਦੂਜੇ ਨਾਲ ਧੋਖਾ ਕੀਤਾ ਜਾਂਦਾ ਹੈ, ਬੇਵਿਸ਼ਵਾਸੀ ਕੀਤੀ ਜਾਂਦੀ ਹੈ, ਚੋਰੀ ਕੀਤੀ ਜਾਂਦੀ ਹੈ, ਜਾਂ ਕ੍ਰੋਧ ਦੀ ਭਾਵਨਾ ਹੈ, ਤਾਂ ਉਹ ਘਰਾਂ ਦੇ ਵਿੱਚ ਸੁੱਖ ਨਹੀਂ ਹੈ। ਉੱਥੇ ਇੱਕ ਆਮ ਅਸੀਂ ਕਹਾਵਤ ਸੁਣਦੇ ਹਾਂ ਵੀ ਕਲੇ ਕਲੰਦਰ ਵਸੇ, ਘੜਿਓਂ ਪਾਣੀ ਨੱਸੇ ਵਾਲੀ ਗੱਲ ਨਾ, ਘੜੇ ਵੀ ਖਾਲੀ ਹੋ ਜਾਂਦੇ ਨੇ। ਘੜੇ ਭਰੇ ਵੀ ਹੋਣ ਤੇ ਇੱਕ ਦੂਜੇ ਨੂੰ ਕੋਈ ਪਾਣੀ ਵੀ ਨਹੀਂ ਪਿਆਂਦਾ। ਜੇ ਕੋਈ ਪਾਣੀ ਪੁੱਛੇ ਮੈਨੂੰ ਪਾਣੀ ਦਾ ਗਲਾਸ ਨਹੀਂ, ਤੇ ਅਗਲਾ ਕਹਿੰਦਾ ਡੁੱਬ ਕੇ ਮਰਨਾ ਹੀ, ਤੇਰੀਆਂ ਟੁੱਟੀਆਂ ਨੇ ਆਪ ਪਾ ਲੈ। ਉੱਥੇ ਕਿਵੇਂ ਸੁੱਖ ਹੋਏਗਾ? ਤਾਂ ਨਾਨਕ ਬਿਨ ਨਾਵੇਂ ਸਭ ਦੁੱਖ, ਸੁਖ ਵਿਸਾਰਿਆ ਕਿ हे ਨਾਨਕ ਰੱਬੀ ਰਜਾ ਵਿੱਚ ਤੁਰਨ ਤੋਂ ਬਿਨਾ ਜ਼ਿੰਦਗੀ ਦੇ ਅੰਦਰ ਉਹ ਲੋਕ ਦੁੱਖ ਪਾਉਂਦੇ ਨੇ, ਉਹਨਾਂ ਨੂੰ ਸੁੱਖ ਦਾ ਮੂੰਹ ਵੀ ਵੇਖਣਾ ਨਹੀਂ ਮਿਲਦਾ। ਗੁਰ ਪੂਰੈ ਹਰ ਨਾਮ ਦਿੜਾਇਆ, ਤਿੰਨ ਵਿੱਚੋਂ ਭਰਮ ਚੁਕਾਇਆ। ਇੱਥੇ ਤਿੰਨ ਦੇ ਨੰਨੇ ਨਾਲ ਸਿਹਾਰੀ ਹੈ, ਇਹ ਇੱਕ ਵਚਨੀ ਸ਼ਬਦ ਹੈ। ਤਿਸ ਨੇ, ਉਸ ਨੇ, ਤਿਨਾਂ ਨੇ ਨਹੀਂ ਹੈ ਇਹਦਾ ਅਰਥ। ਇਹਦਾ ਅਰਥ ਹੋਏਗਾ ਤਿਸ ਨੇ, ਉਸ ਨੇ। ਗੁਰ ਪੂਰੈ ਹਰ ਨਾਮ ਦਿੜਾਇਆ, ਜਿਨ੍ਹਾਂ ਨੂੰ ਪੂਰੇ ਸਤਿਗੁਰ ਨੇ ਹਿਰਦੇ ਵਿੱਚ ਨਾਮ ਦ੍ਰਿੜ ਕਰਾ ਦਿੱਤਾ ਹੈ। ਨਾਮ ਦਾ ਮਤਲਬ ਰੱਬੀ ਹੁਕਮ। ਜਿਨ੍ਹਾਂ ਨੂੰ ਗੁਰੂ ਨੇ ਇਹ ਗੱਲ ਨਿਸ਼ਚਿਤ ਕਰਾ ਦਿੱਤੀ ਹੈ ਕਿ ਰਜ਼ਾ ਦੇ ਅੰਦਰ ਤੁਰਨਾ ਹੈ, ਹੁਕਮ ਰਜ਼ਾਈ ਚੱਲਣਾ, ਜਿਨ੍ਹਾਂ ਨੂੰ ਇੱਕ ਪੱਕਾ ਵਿਸ਼ਵਾਸ ਦਿਵਾ ਦਿੱਤਾ ਹੈ। ਤਿੰਨ ਵਿੱਚੋਂ ਭਰਮ ਚੁਕਾਇਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਨੇ ਆਪਣੇ ਅੰਦਰੋਂ ਭਟਕਣਾ ਦੂਰ ਕਰ ਲਈ ਹੈ। ਉਸ ਨੇ ਆਪਣੇ ਅੰਦਰੋਂ ਭਟਕਣਾ ਦੂਰ ਕਰ ਲਈ ਹੈ, ਉਹਦਾ ਮਨ ਫਿਰ ਭਟਕਦਾ ਹੀ ਨਹੀਂ ਹੈ। ਗੁਰੂ ਨੇ ਵਿਸ਼ਵਾਸ ਦਿਵਾ ਦਿੱਤਾ ਨਾ, ਇਹ ਸਮਝ ਬਖਸ਼ੀ, ਗਿਆਨ ਬਖਸ਼ਿਆ ਕਿ ਰੱਬੀ ਰਜ਼ਾ ਦੇ ਅੰਦਰ ਹੀ ਹੁਕਮ ਹੈ, ਰੱਬੀ ਰਜ਼ਾ ਦੇ ਅੰਦਰ ਹੀ ਸੁੱਖ ਹੈ, ਰੱਬੀ ਰਜ਼ਾ ਦੇ ਅੰਦਰ ਚੱਲ ਕੇ ਹੀ ਜੀਵਨ ਵਿੱਚ ਕਾਮਯਾਬੀ ਹੈ। ਕੋਈ ਵੀ ਕਾਮਯਾਬੀ ਐਸੀ ਨਹੀਂ ਜੋ ਸਿਸਟਮ ਤੋਂ ਬਾਹਰ ਜਾ ਕੇ ਹੋ ਸਕਦੀ ਹੋਵੇ। ਪੂਰੀ ਦੁਨੀਆ ਵਿੱਚ, ਪੂਰੇ ਜੀਵਨ ਦੇ ਅੰਦਰ, ਜੀਵਨ ਦਾ ਕੋਈ ਵੀ ਐਸਾ ਪੱਖ ਨਹੀਂ ਜੋ ਸਿਸਟਮ ਨੂੰ ਫੋਲੋ ਕਰਨ ਤੋਂ ਬਿਨਾਂ ਪੂਰਾ ਹੋ ਸਕਦਾ ਹੋਵੇ। ਤਾਂ ਜਿਨ੍ਹਾਂ ਨੂੰ ਇਹ ਵਿਸ਼ਵਾਸ ਗੁਰੂ ਨੇ ਦਿਵਾ ਦਿੱਤਾ, ਉਹਨੇ ਆਪਣੀ ਜ਼ਿੰਦਗੀ ਚੋਂ ਭਟਕਣਾ ਹੀ ਦੂਰ ਕਰ ਦਿੱਤੀ, ਭਰਮ ਦੂਰ ਕਰ ਦਿੱਤਾ। ਉਹਦਾ ਮਨ ਫਿਰ ਭਟਕਦਾ ਨਹੀਂ, ਉਹ ਰੱਬੀ ਰਜ਼ਾ ਦੇ ਵਿੱਚ ਹੀ ਤੁਰਦਾ ਹੈ। ਫਿਰ ਉਹਨੂੰ ਸਮਝ ਆ ਜਾਂਦੀ ਹੈ ਵੀ ਤੀਰਥਾਂ ਤੇ ਨਹਾਉਣ ਦੇ ਨਾਲ ਸ਼ਾਂਤੀ ਨਹੀਂ ਮਿਲਣੀ, ਬਰਤਨ ਰਾਤਿਆਂ ਦੇ ਨਾਲ ਕੁਝ ਨਹੀਂ ਹੋਣਾ, ਜੋਤਸ਼ੀਆਂ ਦੇ ਕੋਲ ਜਾ ਕੇ ਨਾਰੀਅਲ ਪਾਣੀ ਵਿੱਚ ਰੋੜਨ ਦੇ ਨਾਲ ਸੂਰਜ ਨੇ ਚੜ੍ਹਨੋਂ ਬੰਦ ਨਹੀਂ ਹੋਣਾ। ਉਹਨਾਂ ਨੂੰ ਸਮਝ ਆ ਜਾਂਦੀ ਹੈ, ਉਹਨਾਂ ਦਾ ਮਨ ਭਟਕਣੋਂ ਹਟ ਜਾਂਦਾ ਹੈ। ਉਹਨਾਂ ਨੂੰ ਪਤਾ ਹੈ ਕਿ ਮਰਨ ਤੋਂ ਬਾਅਦ ਨਰਕ ਸੁਰਗ ਨਹੀਂ ਹੈ, ਉਹਨਾਂ ਨੂੰ ਪਤਾ ਹੈ ਭੂਤ ਪ੍ਰੇਤ ਵਗੈਰਾ ਵਗੈਰਾ ਕੁਝ ਨਹੀਂ। ਇਹ ਸਭ ਪਖੰਡ ਅੰਧ ਵਿਸ਼ਵਾਸ ਨੇ, ਉਹਨਾਂ ਦਾ ਮਨ ਫਿਰ ਭਟਕਦਾ ਨਹੀਂ ਹੈ। ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ। ਮਗ ਦਾ ਮਤਲਬ ਰਾਸਤਾ। ਉਹ ਹਰੀ ਦੀ ਉਪਮਾ ਕਰਦੇ ਨੇ। ਰਾਮ ਨਾਮ ਦਾ ਮਤਲਬ ਰੱਬੀ ਹੁਕਮ ਵਿੱਚ ਤੁਰਦੇ ਨੇ ਔਰ ਰੱਬ ਦੀ ਸਿਫਤ ਸਲਾਹ ਕਰਦੇ ਨੇ, ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ। ਕਰ ਚਾਨਣ, ਹੁਣ ਇਹ ਸਿਫਤ ਸਲਾਹ ਨੂੰ ਉਹਨਾਂ ਨੇ ਜੀਵਨ ਦਾ ਚਾਨਣ ਬਣਾ ਲਿਆ ਹੈ। ਮਗ ਦਿਖਾਇਆ ਦਾ ਮਤਲਬ ਉਹਨਾਂ ਨੂੰ ਜੀਵਨ ਦਾ ਸਿੱਧਾ ਰਾਸਤਾ ਦਿਸ ਪੈਂਦਾ ਹੈ। ਉਹ ਸੱਚ ਦੀ ਰੋਸ਼ਨੀ ਵਿੱਚ ਜੀ ਰਹੇ ਨੇ, ਝੂਠ ਦੇ ਹਨੇਰੇ ਵਿੱਚ ਨਹੀਂ। ਉਹ ਦਇਆ ਦੀ ਅਗਵਾਈ ਵਿੱਚ ਜੀ ਰਹੇ ਨੇ, ਉਹ ਪ੍ਰੇਮ ਦੀ ਅਗਵਾਈ ਵਿੱਚ ਜੀ ਰਹੇ ਨੇ, ਉਹ ਨਿਰਭੈਤਾ ਨਿਰਵੈਰਤਾ ਦੇ ਚਾਨਣੇ ਦੇ ਅੰਦਰ ਜੀ ਰਹੇ ਨੇ। ਉਹਨਾਂ ਨੇ ਪ੍ਰਭੂ ਦੀ ਸਿਫਤ ਸਲਾਹ ਨੂੰ ਜ਼ਿੰਦਗੀ ਦਾ ਚਾਨਣਾ ਬਣਾਇਆ ਹੈ। ਇਸ ਪ੍ਰਭੂ ਦੀ ਸਿਫਤ ਸਲਾਹ ਨੇ, ਰੱਬੀ ਗੁਣਾਂ ਨੇ ਉਹਨਾਂ ਨੂੰ ਜੀਵਨ ਦਾ ਸਹੀ ਰਾਸਤਾ ਵਿਖਾ ਦਿੱਤਾ ਹੈ। ਫਿਰ ਉਹ ਕਦੇ ਵੀ ਜੀਵਨ ਵਿੱਚ ਵਿਕਾਰਾਂ ਵਾਲੇ ਪਾਸੇ ਭਟਕਦੇ ਨਹੀਂ, ਕਰਮ ਕਾਂਡਾਂ ਵਾਲੇ ਚੱਕਰ ਦੇ ਵਿੱਚ ਉਹ ਨਹੀਂ ਪੈਂਦੇ। ਸਿਰਫ ਉਹ ਰੱਬੀ ਗੁਣਾਂ ਨੂੰ ਮਨ, ਬਚਨ ਔਰ ਕਰਮ ਕਰਕੇ ਧਾਰਨ ਕਰਦੇ ਨੇ। ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ।
ਤੇ ਜਿਨ੍ਹਾਂ ਨੂੰ ਗੁਰੂ ਨੇ ਇਹ ਜੀਵਨ ਜੁਗਤ ਦੇ ਦਿੱਤੀ, ਉਹ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲੈਂਦੇ ਨੇ, ਹਉਮੈ ਮਾਰ ਕੇ। ਏਕ ਲਿਵ ਲਾਗੀ ਦਾ ਮਤਲਬ ਉਹਨਾਂ ਦੇ ਅੰਦਰ ਇੱਕ ਦੀ ਲਗਨ ਲੱਗ ਜਾਂਦੀ ਹੈ। ਲਿਵ ਦਾ ਮਤਲਬ ਸਮਾਧੀ ਨਹੀਂ ਹੈ, ਲਿਵ ਦਾ ਮਤਲਬ ਲਗਨ, ਪ੍ਰੇਮ। ਉਹਨਾਂ ਦੇ ਅੰਦਰ ਇੱਕ ਦੀ ਲਗਨ ਹੈ, ਉਹ ਇੱਕ ਦੇ ਨਾਲ ਪ੍ਰੀਤ ਪਾਉਂਦੇ ਨੇ, ਉਹ ਅੰਦਰੋਂ ਬਾਹਰੋਂ ਇੱਕ ਨੇ, ਉਹਨਾਂ ਦਾ ਵਿਹਾਰ ਇੱਕ ਦੇ ਨਾਲ ਹੈ, ਉਹ ਇੱਕ ਨੂੰ ਹੀ ਚਾਰ ਚੁਫੇਰੇ ਪਸਰਿਆ ਹੋਇਆ ਵੇਖਦੇ ਨੇ। ਅੰਤਰ ਨਾਮ ਵਸਾਇਆ, ਤੇ ਉਹਨਾਂ ਨੇ ਅੰਦਰ ਜਿਹੜਾ ਹੈ ਪ੍ਰਭੂ ਦੇ ਹੁਕਮ ਨੂੰ ਵਸਾ ਲਿਆ ਹੈ, ਪ੍ਰਭੂ ਦੇ ਹੁਕਮ ਦੀ ਪ੍ਰੀਤ ਨੂੰ ਵਸਾ ਲਿਆ ਹੈ। ਉਹਨਾਂ ਦੀ ਸੁਰਤ ਦੇ ਅੰਦਰ ਇਹ ਚੀਜ਼ ਵਸ ਗਈ ਹੈ ਕਿ ਪ੍ਰਭੂ ਦਾ ਹੁਕਮ ਹੀ ਐਸ ਜਗਤ ਹੈ। ਗੁਰਮਤੀ ਜਮ ਜੋਹ ਨਾ ਸਾਕੈ, ਸਾਚੈ ਨਾਮ ਸਮਾਇਆ। ਗੁਰਮਤੀ ਦਾ ਮਤਲਬ ਗੁਰੂ ਦੀ ਮੱਤ ਸਦਕਾ, ਜਮ ਦਾ ਮਤਲਬ ਆਤਮਕ ਮੌਤ, ਜਿੰਨੇ ਵੀ ਆ ਵਿਕਾਰ ਵਗੈਰਾ ਨੇ। ਜੋ ਨਾ ਸਾਕੇ ਦਾ ਮਤਲਬ ਵੇਖ ਵੀ ਨਹੀਂ ਸਕਦੇ। ਇੱਕ ਤਾਂ ਹੁੰਦਾ ਨਾ ਮੌਤ ਆਉਣਾ, ਤੇ ਦੂਜਾ ਹੁੰਦਾ ਹੈ ਮੌਤ ਵੇਖ ਵੀ ਨਹੀਂ ਸਕਦੀ। ਅਸੀਂ ਕਹਿੰਦੇ ਫਲਾਂ ਬੰਦਾ ਉਹਦੀ ਤੇ ਕੋਈ ਹਵਾ ਵੱਲ ਨਹੀਂ ਵੇਖ ਸਕਦਾ, ਮੀਨਸ ਕਿ ਉਹਦੇ ਨੇੜੇ ਕੋਈ ਮੁਸੀਬਤ ਨਹੀਂ ਆ ਸਕਦੀ। ਗੁਰਮਤੀ ਜਮ ਜੋ ਨਾ ਸਾਕੇ, ਜੋ ਗੁਰੂ ਦੀ ਮੱਤ ਦੇ ਧਾਰਨੀ ਨੇ, ਉਹਨਾਂ ਦੇ ਨੇੜੇ ਆਤਮਕ ਮੌਤ ਨਹੀਂ ਆਉਂਦੀ, ਉਹਨਾਂ ਨੂੰ ਆਤਮਕ ਮੌਤ ਵੇਖ ਵੀ ਨਹੀਂ ਸਕਦੀ। ਉਹਨਾਂ ਦੇ ਨਜ਼ਦੀਕ ਕਾਮ ਕ੍ਰੋਧ ਆਦਿ ਕੋਈ ਜਮ ਨਹੀਂ ਆਉਂਦਾ। ਸਾਚੇ ਨਾਮ ਸਮਾਇਆ, ਕਿਉਂਕਿ ਉਹ ਸੱਚੇ ਨਾਮ ਅੰਦਰ ਸਮਾ ਗਏ ਹੁੰਦੇ ਨੇ। ਉਹਨਾਂ ਦੀ ਬਿਰਤੀ ਸੱਚੇ ਹੁਕਮ ਵਿੱਚ ਸਮਾ ਗਈ ਹੈ, ਉਹਨਾਂ ਦੀ ਬਿਰਤੀ ਰੱਬੀ ਗੁਣਾਂ ਦੇ ਅੰਦਰ ਸਮਾ ਗਈ ਹੈ, ਇਸ ਲਈ ਉਹਨਾਂ ਨੂੰ ਕੋਈ ਵਿਕਾਰ ਵੇਖ ਵੀ ਨਹੀਂ ਸਕਦਾ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ। ਹੁਣ ਸਭ ਆਪੇ ਆਪ ਵਰਤੈ ਕਰਤਾ, ਉਹਨੂੰ ਸਮਝ ਆ ਜਾਂਦੀ ਕਿ ਚਾਰ ਚੁਫੇਰੇ ਕਰਤਾ ਆਪ ਹੀ ਆਪ ਵਰਤ ਰਿਹਾ ਹੈ, ਉਹਦੇ ਤੋਂ ਬਿਨਾ ਕੋਈ ਹੈ ਹੀ ਨਹੀਂ ਹੈ। ਜੋ ਭਾਵੈ ਸੋ ਨਾਏ ਲਾਇਆ, ਜੋ ਜਿਸ ਨੂੰ ਭਾਉਂਦਾ ਹੈ, ਜੋ ਭਾਵੈ, ਜੋ ਪ੍ਰਭੂ ਨੂੰ ਭਾ ਜਾਂਦਾ ਹੈ, ਸੋ ਨਾਏ ਲਾਇਆ, ਉਹਨੂੰ ਆਪਣੇ ਸ਼ੁਭ ਗੁਣਾਂ ਦੇ ਨਾਲ ਪ੍ਰਭੂ ਜੋੜ ਲੈਂਦਾ ਹੈ। ਭਾਵੈ ਦਾ ਮਤਲਬ ਜੋ ਭਾਣੇ ਵਿੱਚ ਆ ਜਾਂਦਾ ਹੈ, ਜੋ ਰੱਬੀ ਰਜਾ ਦੇ ਵਿੱਚ ਤੁਰਦਾ ਹੈ, ਉਹ ਬੰਦੇ ਨੂੰ ਪ੍ਰਭੂ ਆਪਣੇ ਸ਼ੁਭ ਗੁਣਾਂ ਦੇ ਨਾਲ ਸਦਾ ਸਦਾ ਵਾਸਤੇ ਜੋੜ ਲੈਂਦਾ ਹੈ। ਤੇ ਉਹਨੂੰ ਇਹ ਸਮਝ ਪੈ ਜਾਂਦੀ ਹੈ ਕਿ ਚਾਰ ਚੁਫੇਰੇ ਪ੍ਰਭੂ ਆਪ ਹੀ ਆਪ ਵਰਤ ਰਿਹਾ ਹੈ, ਉਹਦੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ। ਜਨ ਨਾਨਕ ਨਾਮ ਲੈ ਤਾਂ ਜੀਵੈ, ਬਿਨ ਨਾਮੈ ਖਿਨ ਮਰ ਜਾਇਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਦਾਸ ਨਾਨਕ ਵੀ ਨਾਮ ਦੇ ਆਸਰੇ ਹੈ, ਹੁਕਮ ਦੇ ਆਸਰੇ ਹੈ, ਰੱਬੀ ਗੁਣਾਂ ਦੇ ਆਸਰੇ ਹੈ। ਬਿਨ ਨਾਮੈ ਖਿਨ ਮਰ ਜਾਇਆ, ਖਿਨ ਦਾ ਮਤਲਬ ਇੱਕ ਪਲ, ਨਾਮ ਤੋਂ ਬਿਨਾ, ਰੱਬੀ ਗੁਣਾਂ ਤੋਂ ਬਿਨਾ ਇੱਕ ਪਲ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ। ਗੁਰੂ ਜੀ ਕਹਿੰਦੇ ਨੇ, ਦਾਸ ਨਾਨਕ ਦਾ ਜੋ ਜੀਵਨ ਹੈ ਉਹ ਵੀ ਪ੍ਰਭੂ ਦਾ ਹੁਕਮ, ਪ੍ਰਭੂ ਦੇ ਗੁਣ ਨੇ, ਪ੍ਰਭੂ ਦੇ ਹੁਕਮ ਨਾਲੋਂ ਟੁੱਟ ਕੇ, ਰੱਬੀ ਗੁਣਾਂ ਦੇ ਨਾਲੋਂ ਟੁੱਟ ਕੇ ਆਤਮਕ ਮੌਤ ਹੋ ਜਾਂਦੀ ਹੈ। ਜੋ ਮਿਲਿਆ ਹਰ ਦੀਵਾਨ ਸਿਉ, ਸੋ ਸਭਨੀ ਦੀਵਾਨੀ ਮਿਲਿਆ। ਇੱਥੇ ਦੀਵਾਨ ਨਹੀਂ ਪੜਨਾ, ਦੀਵਾਨ ਨਾਣਾ ਬੁਲਾਣਾ ਹੈ। ਜੋ ਮਿਲਿਆ ਹਰ ਦੀਵਾਨ ਸਿਉ, ਸੋ ਸਭਨੀ ਦੀਵਾਨੀ ਮਿਲਿਆ। ਦੀਵਾਨ ਦਾ ਮਤਲਬ ਹੈਗਾ ਦਰਬਾਰ, ਕਚਹਿਰੀ। ਜੋ ਮਨੁੱਖ ਹਰੀ ਦੇ ਦਰਬਾਰ ਵਿੱਚ ਮਿਲਿਆ ਹੈ, ਮਿਲਿਆ ਦਾ ਮਤਲਬ ਆਦਰ ਪਾਣਯੋਗ ਹੋ ਗਿਆ ਹੈ। ਸੋ ਸਭਨੀ ਦੀਵਾਨੀ ਮਿਲਿਆ, ਉਹ ਸੰਸਾਰ ਦੇ ਸਾਰੇ ਦਰਬਾਰਾਂ ਵਿੱਚ ਹੀ ਮਿਲ ਗਿਆ ਸਮਝੋ, ਸਭ ਥਾਵਾਂ ਤੇ ਹੀ ਉਹਨੂੰ ਆਦਰ ਮਿਲ ਗਿਆ ਸਮਝੋ। ਕਿਉਂਕਿ ਜੋ ਪ੍ਰਭੂ ਦੇ ਦਰ ਤੇ ਪ੍ਰਵਾਨ ਹੈ ਨਾ, ਸਤਸੰਗਤ ਦੇ ਵਿੱਚ ਜੋ ਮਿਲ ਗਿਆ, ਜੋ ਰੱਬੀ ਗੁਣਾਂ ਦੇ ਵਿੱਚ ਮਿਲ ਗਿਆ, ਜਿਹਨੂੰ ਰੱਬੀ ਦਰ ਤੇ, ਸੱਚ ਦੇ ਦਰ ਦੇ ਉੱਤੇ ਮਾਨ ਸਤਕਾਰ ਮਿਲ ਗਿਆ, ਉਹ ਹਰ ਦੀਵਾਨ ਦੇ ਵਿੱਚ ਹੀ, ਹਰ ਥਾਂ ਤੇ ਉਹਨੂੰ ਸਤਕਾਰ ਮਿਲੇਗਾ। ਰੀਜਨ ਇਹ ਕਿ ਸੱਚ ਦੇ ਨਾਲ ਜੁੜਿਆ ਹੋਇਆ ਹੈ। ਭਾਈ ਕਨ੍ਹਈਆ ਜੀ ਨੂੰ ਹਰ ਥਾਂ ਤੇ ਸਤਕਾਰ ਮਿਲੇਗਾ, ਭਗਤ ਪੂਰਨ ਸਿੰਘ ਜੀ ਨੂੰ ਹਰ ਥਾਂ ਤੇ ਸਤਕਾਰ ਮਿਲੇਗਾ। ਐਸੇ ਜੋ ਹੋਰ ਲੋਕ ਨੇ, ਉਹਨਾਂ ਨੂੰ ਹਰ ਥਾਂ ਤੇ ਸਤਕਾਰ ਮਿਲੇਗਾ, ਕਿਉਂਕਿ ਉਹਨਾਂ ਦੇ ਅੰਦਰ ਔਗਣ ਕੋਈ ਹੈ ਹੀ ਨਹੀਂ ਹੈ। ਜੋ ਰੱਬੀ ਕਚਹਿਰੀ ਵਿੱਚ ਮਿਲ ਗਏ, ਜੋ ਰੱਬੀ ਰਜਾ ਦੇ ਅੰਦਰ ਸਮਾ ਗਏ, ਉਹ ਹਰ ਥਾਂ ਦੇ ਉੱਤੇ ਮਾਨ ਔਰ ਸਤਕਾਰ ਦੇ ਪਾਤਰ ਬਣਦੇ ਨੇ। ਜਿੱਥੇ ਉਹ ਜਾਏ, ਕਿੱਥੇ ਉਹ ਸੁਰਖ ਰੂ, ਤਿਸਕੇ ਮੂੰਹ ਡਿਠੈ, ਸਭ ਪਾਪੀ ਤਰਿਆ। ਇਹਨੂੰ ਮੂਹੇ ਨਹੀਂ ਪੜਨਾ, ਮੂੰਹ। ਜਿੱਥੇ ਉਹ ਜਾਏ, ਤਿੱਥੇ ਉਹ ਸੁਰਖ ਰੂ। ਰੂ ਦਾ ਮਤਲਬ ਹੁੰਦਾ ਹੈ ਚਿਹਰਾ, ਸੁਰਖ ਦਾ ਮਤਲਬ ਲਾਲ, ਸੁਰਖ ਰੂ ਯਾਨੀ ਖੁਸ਼ ਚਿਹਰੇ ਵਾਲਾ, ਜਿਹਦੇ ਚਿਹਰੇ ਤੇ ਲਾਲੀ ਹੈ, ਖੁਸ਼ ਨਸੀਬ, ਉਹਦਾ ਮੱਥਾ ਖਿੜਿਆ ਰਹਿੰਦਾ ਹੈ। ਜਿੱਥੇ ਵੀ ਉਹ ਜਾਂਦਾ ਹੈ, ਉੱਥੇ ਹੀ ਉਹਦਾ ਮੱਥਾ ਖਿੜਿਆ ਹੈ, ਉਹ ਖੁਸ਼ ਹੈ।
ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ। ਉਹਦਾ ਮੂੰਹ ਵੇਖ ਕੇ, ਉਹਦਾ ਦਰਸ਼ਨ ਕਰਕੇ, ਉਹਦੇ ਨਾਲ ਮਿਲ ਕੇ ਜਿਹੜੇ ਪਾਪੀ ਨੇ ਉਹ ਵੀ ਤਰ ਜਾਂਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹਦਾ ਮੂੰਹ ਵੇਖ ਕੇ ਤਰ ਜਾਂਦੇ ਨੇ। ਮੂੰਹ ਡਿੱਠੇ ਸਭ ਪਾਪੀ ਤਰਿਆ ਦਾ ਮਤਲਬ ਉਹਦੇ ਨਾਲ ਮਿਲ ਕੇ, ਉਹਦੇ ਰਾਹ ਤੇ ਚੱਲ ਕੇ। ਸਭ ਪਾਪੀ ਦਾ ਮਤਲਬ ਜਿੰਨੇ ਵੀ ਪਾਪੀ ਲੋਕ ਮਿਲਣਗੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਏਗਾ। ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਮਿਲਦੇ ਨੇ ਨਾ ਸੱਜਣ, ਜਾਂ ਕੋਡਾ ਭੀਲ, ਭੂਮੀਆਂ ਆਦਿਕ, ਤਾਂ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਨਾ। ਤਾਂ ਜੋ ਚੰਗੇ ਇਨਸਾਨ ਨੇ, ਪ੍ਰਭੂ ਦੇ ਜੋ ਪਿਆਰੇ ਨੇ, ਉਹਨਾਂ ਦੇ ਨਾਲ ਜੋ ਮਿਲਦੇ ਨੇ, ਉਹਨਾਂ ਦੇ ਰਾਹਾਂ ਤੇ ਜੋ ਤਰਦੇ ਨੇ, ਤੁਰਦੇ ਨੇ, ਉਹ ਪਾਪੀਆਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਉਹ ਵੀ ਵਿਕਾਰਾਂ ਤੋਂ ਬਚ ਜਾਂਦੇ ਨੇ। ਉਸ ਅੰਤਰ ਨਾਮ ਨਿਧਾਨ ਹੈ, ਨਾਮੋ ਪਰਵਰਿਆ। ਪਰਵਰਿਆ ਦਾ ਮਤਲਬ ਹੁੰਦਾ ਪਰਿਵਾਰ, ਰੋਸ਼ਨੀ ਦਾ ਚੱਕਰ। ਤੁਸੀਂ ਇੱਥੇ ਵੀ ਦੇਖਿਆ ਹੋਵੇਗਾ, ਨਹੀਂ ਤੇ ਇੰਡੀਆ ਵਿੱਚ ਤੇ ਆਮ ਦੇਖਦੇ ਹੁੰਦੇ ਸਾਂ, ਕਿਉਂਕਿ ਇੱਥੇ ਤਾਂ ਕਦੇ ਬਾਹਰ ਮੰਜੇ ਤੇ ਸੌਣ ਦਾ ਮੌਕਾ ਨਹੀਂ ਨਾ ਮਿਲਿਆ। ਇੰਡੀਆ ਅਸੀਂ ਦੇਖੀਦਾ ਸੀ ਚੰਦਰਮਾ ਦੇ ਚਾਰ ਚੁਫੇਰੇ ਇੱਕ ਚੱਕਰ ਜਿਹਾ ਬਣ ਜਾਂਦਾ ਹੁੰਦਾ ਸੀ, ਤੇ ਅਸੀਂ ਕਹਿੰਦੇ ਸਾਂ ਚੰਦਰਮਾ ਪਰਵਾਰਿਆ ਗਿਆ ਹੈ, ਉਹਨੂੰ ਕਹਿੰਦੇ ਸੀ ਪਰਵਾਰਿਆ ਗਿਆ ਹੈ। ਸੂਰਜ ਦੇ ਚੁਫੇਰੇ ਕਈ ਵਾਰੀ ਚੱਕਰ ਬਣ ਜਾਣਾ, ਉਹਨੂੰ ਕਹਿੰਦੇ ਸੀ ਪਰਵਾਰਿਆ ਗਿਆ ਹੈ। ਚੱਕਰ, ਰੋਸ਼ਨੀ ਦਾ ਚੱਕਰ, ਪਰਵਾਰਿਆ ਜਾਣਾ, ਜਿਵੇਂ ਚੰਨ ਪਰਵਾਰਿਆ ਜਾਂਦਾ ਹੈ। ਤਾਂ ਉਸ ਅੰਦਰ ਨਾਮ ਨਿਧਾਨ ਹੈ, ਨਾਮੋਂ ਪਰਵਰਿਆ। ਕਿਉਂਕਿ ਜੋ ਪ੍ਰਭੂ ਦਾ ਪਿਆਰਾ ਹੈ ਨਾ, ਉਹਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਹੈ, ਤੇ ਨਾਮ ਹੀ ਉਹਦਾ ਪਰਿਵਾਰ ਹੈ। ਰੱਬੀ ਗੁਣ ਹੀ ਉਹਦਾ ਪਰਿਵਾਰ ਨੇ। ਉਹਦੇ ਚਾਰ ਚੁਫੇਰੇ ਰੱਬੀ ਗੁਣ ਹੀ ਨੇ। ਗੁਣਾਂ ਦੇ ਨਾਲ ਹੀ ਉਹ ਘਿਰਿਆ ਹੁੰਦਾ ਹੈ। ਅੰਦਰ ਵੀ ਉਹਦੇ ਗੁਣ ਨੇ ਔਰ ਬਾਹਰ ਵੀ ਉਹਦੇ ਗੁਣ ਨੇ, ਭਾਵ ਕਿ ਉਹ ਗੁਣਾਂ ਦੇ ਨਾਲ ਘਿਰਿਆ ਹੋਇਆ ਹੈ। ਉਹਦੇ ਅੰਦਰ ਨਾਮ ਖਜ਼ਾਨਾ ਹੈ। ਨਾਮ ਖਜ਼ਾਨਾ ਦਾ ਮਤਲਬ ਰੱਬੀ ਗੁਣ ਨੇ, ਸਤ ਸੰਤੋਖ ਆਦਿਕ, ਔਰ ਉਹ ਗੁਣਾਂ ਦੇ ਨਾਲ ਹੀ ਪਰਿਵਾਰਿਆ ਹੋਇਆ ਹੈ। ਨਾਮ ਹੀ ਉਹਦਾ ਪਰਿਵਾਰ ਹੈ, ਗੁਣ ਹੀ ਉਹਦੇ ਪਰਿਵਾਰ ਨੇ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਨਾਉ ਪੂਜੀਏ, ਨਾਉ ਮੰਨੀਏ, ਨਾਏ ਕਿਲਵਿਕ ਸਭ ਹਿਰਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਨੂੰ ਪੂਜੀਏ ਦਾ ਮਤਲਬ ਪੂਜਣਾ ਚਾਹੀਦਾ ਹੈ, ਆਦਰ ਕਰਨਾ ਚਾਹੀਦਾ ਹੈ ਰੱਬੀ ਹੁਕਮ ਦਾ। ਨਾਉ ਮੰਨੀਏ ਦਾ ਮਤਲਬ ਸਾਨੂੰ ਹੁਕਮ ਮੰਨਣਾ ਚਾਹੀਦਾ ਹੈ। ਨਾਏ ਕਿਲਵਿਕ ਸਭ ਹਿਰਿਆ, ਕਿਉਂਕਿ ਹੁਕਮ ਦੇ ਅੰਦਰ ਤੁਰਿਆ, ਰੱਬੀ ਰਜਾ ਵਿੱਚ ਤੁਰਿਆ, ਗੁਣਾਂ ਦੇ ਧਾਰਨੀ ਹੋਵਿਆਂ, ਜਿਹੜੇ ਕਿਲਵਿਕ ਨੇ, ਪਾਪ ਨੇ, ਉਹ ਦੂਰ ਹੋ ਜਾਂਦੇ ਨੇ। ਇਸ ਲਈ ਸਾਨੂੰ ਰੱਬੀ ਗੁਣਾਂ ਦਾ ਆਦਰ ਕਰਨਾ ਚਾਹੀਦਾ ਹੈ, ਰੱਬੀ ਗੁਣਾਂ ਨੂੰ ਸਾਨੂੰ ਮੰਨਣਾ ਚਾਹੀਦਾ ਹੈ। ਕਿਉਂ ਕਿ ਰੱਬੀ ਗੁਣਾਂ ਰਾਹੀਂ ਸਾਰੇ ਜਿਹੜੇ ਪਾਪ ਨੇ ਉਹ ਖਤਮ ਹੋ ਜਾਂਦੇ ਨੇ। ਜੇ ਹੁਣ ਬੰਦਾ ਸਤ ਸੰਤੋਖ ਆਦਿਕ ਦਾ ਧਾਰਨੀ ਹੋ ਜਾਏ, ਸਤ ਸੰਤੋਖ ਆਦਿਕ ਨੂੰ ਮੰਨੇ, ਤਾਂ ਜਿੰਨੇ ਵੀ ਪਾਪ ਵਿਕਾਰ ਨੇ ਉਹ ਖਤਮ ਹੋ ਜਾਣਗੇ। ਜਿਨਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ, ਸੇ ਅਸਥਿਰ ਜਗ ਰਹਿਆ। ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਕਰਕੇ ਨਾਮ ਧਿਆਇਆ ਦਾ ਮਤਲਬ ਆਪਣੇ ਧਿਆਨ ਜਿਹੜਾ ਹੈ ਨਾਮ ਦੇ ਨਾਲ ਜੋੜਿਆ, ਰੱਬੀ ਹੁਕਮ ਦੇ ਨਾਲ, ਰੱਬੀ ਗੁਣਾਂ ਦੇ ਨਾਲ। ਸੇ ਅਸਥਿਰ ਜਗ ਰਹਿਆ ਦਾ ਮਤਲਬ ਉਹ ਸੰਸਾਰ ਵਿੱਚ ਸਥਿਰ ਹੋ ਜਾਂਦੇ ਨੇ। ਉਹ ਆਤਮਕ ਮੌਤੇ ਨਹੀਂ ਮਰਦੇ, ਉਹ ਆਤਮਕ ਜੀਵਨ ਜੀਂਦੇ ਨੇ। ਸੰਸਾਰ ਵਿੱਚ ਸਦਾ ਵਾਸਤੇ ਉਹਨਾਂ ਦੀ ਸ਼ੋਭਾ ਔਰ ਪ੍ਰਤਿਸ਼ਠਾ ਕਾਇਮ ਰਹਿੰਦੀ ਹੈ। ਜਿਵੇਂ ਹੁਣ ਭਗਤ ਜਨ ਨੇ, ਗੁਰੂ ਸਾਹਿਬਾਨ ਨੇ, ਬਾਣੀਕਾਰ ਗੁਰਸਿੱਖ ਨੇ, ਜਦੋਂ ਤੱਕ ਵੀ ਇਹ ਸੰਸਾਰ ਰਹੇਗਾ ਉਦੋਂ ਤੱਕ ਉਹਨਾਂ ਦੀ ਸ਼ੋਭਾ, ਉਹਨਾਂ ਦੀ ਪ੍ਰਤਿਸ਼ਠਾ ਇਸ ਸੰਸਾਰ ਦੇ ਅੰਦਰ ਰਹੇਗੀ। ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਇੱਕ ਮਨ ਇੱਕ ਚਿੱਤ ਕਰਕੇ ਧਿਆਇਆ ਹੈ, ਭਾਵ ਜਿਨ੍ਹਾਂ ਨੇ ਆਪਣੇ ਧਿਆਨ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਇਆ ਹੈ, ਉਹ ਸੰਸਾਰ ਦੇ ਉੱਤੇ ਆਤਮਿਕ ਜ਼ਿੰਦਗੀ ਜੀਂਦੇ ਨੇ। ਉਹਨਾਂ ਦੀ ਕਦੇ ਆਤਮਿਕ ਮੌਤ ਨਹੀਂ ਹੁੰਦੀ, ਰਹਿੰਦੇ ਸੰਸਾਰ ਤੱਕ ਉਹਨਾਂ ਦੀ ਮਾਨ ਔਰ ਪ੍ਰਤਿਸ਼ਠਾ ਬਣੀ ਰਹਿੰਦੀ ਹੈ। ਇਸ ਲਈ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਵੀ ਸੁੱਖ, ਸ਼ਾਂਤੀ, ਖੇੜਾ, ਪ੍ਰਸੰਨਤਾ ਆਏ, ਤਾਂ ਸਾਨੂੰ ਵੀ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਚਾਹੀਦੀ ਹੈ। ਰੱਬੀ ਰਜ਼ਾ ਨੂੰ ਪਾਲਣਾ ਚਾਹੀਦਾ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਔਰ ਇੱਕ ਬੜਾ ਸੌਖਾ ਔਰ ਸੁਖੈਨ ਜੀਵਨ ਹੈ। ਗੁਣਾਂ ਵਾਲੀ ਜ਼ਿੰਦਗੀ ਜੀਣੀ ਔਖੀ ਨਹੀਂ ਹੈ, ਬਿਲਕੁਲ ਸੌਖੀ ਹੈ। ਗੁਣਾਂ ਦੇ ਧਾਰਨੀ ਹੋ ਕੇ ਜੀਵਿਆਂ, ਜੀਵਨ ਅੰਦਰ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਬਣਿਆ ਰਹਿ ਸਕਦਾ ਹੈ। ਇਹਦੇ ਵਾਸਤੇ ਸਿਰਫ ਸਾਨੂੰ ਆਪਣੀ ਥੋੜੀ ਜਿਹੀ ਈਗੋ, ਹਉਮੈ, ਹੰਕਾਰ ਛੱਡਣ ਦੀ ਲੋੜ ਹੈ, ਆਪਣੀ ਮੱਤ ਛੱਡਣ ਦੀ ਲੋੜ ਹੈ, ਔਰ ਗੁਰੂ ਦੇ ਮੱਤ ਦੇ ਧਾਰਨੀ ਹੋ ਕੇ ਗੁਣਾਂ ਵਾਲੀ ਜ਼ਿੰਦਗੀ ਜੀਣ ਦੀ ਜ਼ਰੂਰਤ ਹੈ। ਇਹ ਜੀਵਨ ਸਾਡਾ ਸਫਲ ਹੋ ਸਕਦਾ ਹੈ, ਸਾਡਾ ਇਹ ਸੰਸਾਰ, ਸਾਡਾ ਇਹ ਸਮਾਜ ਸਵਰਗ ਹੋ ਸਕਦਾ ਹੈ। ਤਾਂ ਅੱਜ ਦੀ ਵਿਚਾਰ
ਅਸੀਂ ਇੱਥੇ ਸਮਾਪਤ ਕਰਦੇ ਹਾਂ। ਅੱਜ ਦੀ ਇਸ ਵਿਚਾਰ ਦੇ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਭਾਈ ਉਹ ਅਨਮਿਊਟ ਹੋ ਜਾਓ, ਆਪਣਾ ਸਵਾਲ ਪੁੱਛ ਸਕਦੇ ਨੇ। ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਵੀ ਉਹ ਅਨਮਿਊਟ ਹੋ ਜਾਓ। ਹੁਣ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰਨਗੇ, ਉਹ ਅਨਮਿਊਟ ਹੋ ਗਏ ਨੇ। ਤੇ ਫੇਸਬੁੱਕ ਤੇ ਜਿਹੜੇ ਮੇਰੇ ਵੀਰ ਔਰ ਭੈਣਾਂ ਸਰਵਣ ਕਰ ਰਹੇ ਨੇ, ਮੈਂ ਆਪ ਸਾਰੇ ਫੇਸਬੁੱਕ ਤੇ ਸੁਣਨ ਵਾਲੇ ਵੀਰ ਭੈਣਾਂ ਦਾ ਤਾਂ ਤਹਿ ਦਿਲੋਂ ਧੰਨਵਾਦ ਕਰਨਾ ਜੋ ਆਪ ਇੰਨਾ ਪਿਆਰ ਬਖਸ਼ਦੇ ਹੋ। ਤੇ ਆਪ ਮੈਨੂੰ ਆਪਣੇ ਵਿਚਾਰ ਦੇਣੇ ਚਾਹੋ ਤਾਂ ਮੈਸੇਜ ਰਾਹੀਂ ਮੈਸੇਂਜਰ ਤੇ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ